ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਚੱਲ ਰਿਹਾ ਸੀ, ਜਾਗ ਲੈ ਹੋ ਰੇ ਮਨਾ। ਬਾਬਾ ਜੀ ਨੇ ਹਰ ਸਾਨੂੰ ਪੈਰ ਪੈਰ ਤੇ ਦੱਸਿਆ ਹੈ, ਸਾਨੂੰ ਹਰ ਇੱਕ ਬਾਰ-ਬਾਰ ਸਾਨੂੰ ਬਾਬਾ ਜੀ ਸਾਨੂੰ ਜਾਗਣ ਲਈ ਕਹਿ ਰਹੇ ਨੇ ਕਿ हे ਮਨੁੱਖ ਉੱਠ, ਬਾਣੀ ਪੜ੍ਹ, ਨਾਮ ਜਪ। ਤੇ ਅਸੀਂ ਅਗਰ ਨਹੀਂ ਸਮਝੀਏ ਤੇ ਗਲਤੀ ਸਾਡੀ ਹੈ। ਸੰਗਤ ਜੀ, ਅੱਜ ਅਸੀਂ ਸ਼ਬਦ ਕਰਾਂਗੇ, ਕਰਨ ਬੰਦਗੀ ਵਿਰਲੇ ਬੰਦੇ। ਸਾਨੂੰ ਬੰਦਗੀ ਕਰਨੀ ਚਾਹੀਦੀ ਹੈ। ਕਹਿਣਾ ਬੜਾ ਆਸਾਨ ਹੈ, ਪਰ ਉਹ ਬਹੁਤ ਹੀ ਵਿਰਲੇ ਬੰਦੇ ਹੁੰਦੇ ਨੇ। ਇੱਥੇ ਬਾਣੀ 'ਚ ਵੀ ਲਿਖ ਦਿੱਤਾ ਹੈ ਕਿ ਵਿਰਲੇ ਬੰਦੇ। ਕਿੰਨੇ ਵਿਰਲੇ? ਜਿਸ ਤਰ੍ਹਾਂ ਅਸੀਂ ਹਰ ਵਾਰੀ ਕਹਿੰਦੇ ਹਾਂ, ਜਿਸ ਤਰ੍ਹਾਂ ਬਹੁਤ ਸੰਗਤ 'ਚ ਅਸੀਂ ਸਾਰੇ ਸਤਸੰਗ ਕਰਦੇ ਹਾਂ, ਲੱਖਾਂ ਕਰੋੜਾਂ ਦੇ ਵਿੱਚ ਸੰਗਤ ਦੇ ਵਿੱਚ ਕੋਈ ਇੱਕ ਵਿਰਲਾ ਮਨੁੱਖ ਹੁੰਦਾ ਹੈ ਜਿਹਨੂੰ ਉਹ ਬਾਣੀ ਉਹ ਸਮਝ ਆਉਂਦੀ ਹੈ। ਫਿਰ ਉਹਨਾਂ ਲੱਖਾਂ ਹਜ਼ਾਰਾਂ ਦੇ ਵਿੱਚੋਂ ਵਿਰਲਾ ਮਨੁੱਖ ਹੁੰਦਾ ਹੈ ਜੋ ਬਾਣੀ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ। ਉਹਨਾਂ ਦੇ ਵਿੱਚੋਂ ਲੱਖਾਂ ਵਿੱਚੋਂ ਇੱਕ ਇਹੋ ਜਿਹਾ ਮਨੁੱਖ ਹੁੰਦਾ ਹੈ ਕਿ ਜੋ ਹਿਰਦੇ ਵਿੱਚ ਬਾਣੀ ਵਸਾ ਕੇ ਜੋ ਪ੍ਰਭੂ ਨੂੰ ਮਿਲਦਾ ਹੈ। ਤੇ ਬਹੁਤ ਹੀ ਵਿਰਲੇ ਬੰਦੇ ਹੁੰਦੇ ਨੇ। ਇਹਦੇ 'ਚ ਸਾਨੂੰ ਐਗਜ਼ਾਮਪਲ ਦਿੱਤਾ ਹੈ, ਦਰਿਆਓ ਲੱਖ ਦਰਿਆਓ ਕਵਾਓ ਵਿੱਚ ਲੱਖ ਲੱਖ ਲਹਿਰ ਤਰੰਗ ਉਠਨ ਦੇ। ਜਿਸ ਤਰ੍ਹਾਂ ਬਾਣੀ ਵਿੱਚ ਇਹ ਵੀ ਲਿਖਿਆ, ਲੱਖੋ ਲੱਖ ਆਕਾਸ਼ ਲੱਖੋ ਲੱਖ ਪਾਤਾਲ। ਇਹ ਹੁਣ ਲੱਖੋ ਲੱਖ ਆਕਾਸ਼ ਵੀ ਨੇ, ਪਤਾਲ ਵੀ ਨੇ। ਹੁਣ ਤੇ ਸਾਇੰਸ ਵੀ ਰਿਸਰਚ ਕਰੀ ਜਾ ਰਹੀ ਹੈ ਕਿ ਬੜੇ ਸਾਰੇ ਨੇ ਆਕਾਸ਼ ਪਤਾਲ, ਬੜੇ ਸਾਰੇ ਨੇ, ਗੈਲੈਕਸੀਜ਼ ਬੜੀਆਂ ਸਾਰੀਆਂ ਨੇ। ਔਰ ਫਿਰ ਬਾਣੀ 'ਚ ਤੇ ਉਦੋਂ ਬਾਬਾ ਜੀ ਨੇ ਸਾਨੂੰ ਲਿਖ ਦਿੱਤਾ ਕਿ ਧਰਤੀ ਹੋਰ ਪਰੇ ਹੋਰ ਹੋਰ, ਕਿ ਇਹੋ ਜਿਹੀਆਂ ਧਰਤੀਆਂ ਵੀ ਬਹੁਤ ਨੇ ਜਿੱਥੇ ਕਿ ਦੁਨੀਆ ਵੱਸਦੀ ਹੈ। ਅਸੀਂ ਤੇ ਇੱਕ ਧਰਤੀ ਤੇ ਹਾਂ, ਸਾਨੂੰ ਤੇ ਇਹੀ ਧਰਤੀ ਦਾ ਪਤਾ ਹੈ, ਪਰ ਇਹੋ ਜਿਹੀਆਂ ਹੋਰ ਵੀ ਬਹੁਤ ਧਰਤੀਆਂ ਨੇ। ਹਾਲੇ ਤੇ ਇਹ ਰਿਸਰਚ ਚੱਲੀ ਜਾ ਰਹੀ ਹੈ। ਲੇਕਿਨ ਜੋ ਭਗਤ ਬੰਦੇ ਨੇ, ਜਿਸ ਤਰ੍ਹਾਂ ਇਹਦੇ 'ਚ ਲਿਖਿਆ, ਲੱਖ ਦਰਿਆਓ ਕਵਾਓ ਵਿੱਚ ਲੱਖ ਲੱਖ ਲਹਿਰ ਤਰੰਗ ਉਠਣ ਦੇ। ਇਹਦਾ ਐਗਜ਼ਾਮਪਲ ਦਿੱਤਾ ਹੋਇਆ ਹੈ ਕਿ ਲੱਖ ਦਰਿਆਓ, ਜਿੱਦਾਂ ਦਰਿਆਓ ਇੰਨੇ ਲੱਖੋ ਲੱਖ ਦਰਿਆਓ ਨੇ, ਲੱਖਾਂ ਦਰਿਆਵਾਂ ਦੇ ਵਿੱਚ ਜਦੋਂ ਲਹਿਰ ਉੱਠਦੀ ਹੈ, ਲਹਿਰ ਕਿੰਨੀਆਂ ਲਹਿਰਾਂ ਉੱਠਦੀਆਂ ਨੇ। ਔਰ ਉਹ ਇੰਨੀ ਵੱਡੀ ਸ਼ਕਤੀ, ਇਹ ਜਿਹੜੇ ਦਰਿਆਓ ਕੀਤਾ ਹੈ, ਦਰਿਆਓ ਉਹਨਾਂ ਨੇ ਦਿੱਤਾ ਹੈ ਇੱਕ ਅਕਾਲ ਪੁਰਖ ਨੂੰ ਦਰਿਆਓ ਕਿਹਾ ਕਿ ਉਹ ਅਕਾਲ ਪੁਰਖ ਇੱਕ ਹੈ। ਉਹਦੇ ਇੰਨੇ ਦਰਿਆ ਨੇ, ਕਿੰਨੀਆਂ ਉਹਦੀਆਂ ਧਰਤੀਆਂ ਉਹਨੇ ਵਸਾਈਆਂ ਹੋਈਆਂ ਨੇ, ਉਹ ਕਿੰਨੀਆਂ ਉਹਨੇ ਇਹ ਖੇਲਾਂ 'ਚ ਉਹਨਾਂ ਦੇ ਰਚੇ ਹੋਏ ਨੇ ਕਿ ਲੱਖ ਦਰਿਆ ਨੇ, ਲੱਖੋ ਲੱਖ ਆਕਾਸ਼, ਲੱਖੋ ਲੱਖ ਪਤਾਲ। ਔਰ ਉਹਦੇ ਵਿੱਚ ਫਿਰ ਕੌਣ ਨੇ? ਅਸੀਂ ਉਹਨਾਂ ਦੇ ਬਾਰੇ 'ਚ ਤੇ ਇੰਨਾ ਨਹੀਂ ਜਾਣਦੇ, ਪਰ ਅਸੀਂ ਆਪਣੇ ਇਸ ਧਰਤੀ ਦੇ ਬਾਰੇ ਜਾਣਦੇ ਹਾਂ ਕਿ ਜਦੋਂ ਭਗਤ ਹੋਏ, ਉਹ ਸਿਰਫ ਸਾਡੇ ਸਿੱਖਾਂ ਵਿੱਚ ਹੀ ਭਗਤ ਨਹੀਂ ਹੋਏ, ਭਗਤ ਹੋਰ ਕੌਮਾਂ 'ਚ ਵੀ ਬੜੇ ਹੋਏ। ਅਗਰ ਅਸੀਂ ਸਿਰਫ ਭਗਤਾਂ ਦੀ ਨਾਮ ਲਈਏ, ਮੁਸਲਮਾਨਾਂ ਦੇ ਅਲੱਗ ਭਗਤ ਨੇ, ਹਿੰਦੂਆਂ ਦੇ ਅਲੱਗ ਭਗਤ ਨੇ, ਕ੍ਰਿਸਚਨਸ ਦੇ ਅਲੱਗ ਭਗਤ ਨੇ, ਬੋਧੀ ਨੇ, ਜੈਨੀ ਹੈ, ਜਿੰਨੇ ਵੀ ਧਰਮ ਨੇ ਉਹਨਾਂ 'ਚ ਇੰਨੇ ਭਗਤ ਹੋਏ ਨੇ। ਔਰ ਭਗਤ ਕੌਣ ਹੋਏ ਨੇ? ਜਿਹੜੇ ਭਗਤ ਇੰਨੇ ਵਿਰਲੇ ਹੋਏ ਨੇ, ਭਗਤ ਅਸੀਂ ਉਹਨਾਂ ਨੂੰ ਹੀ ਕਹਿੰਦੇ ਹਾਂ ਕਿ ਭਗਤ ਇਹ ਨਹੀਂ ਕਿ ਇੱਕ ਅਸੀਂ ਉਹ ਕਰ ਲਿਆ, ਪਾਠ ਕਰ ਲਿਆ ਤੇ ਅਸੀਂ ਕਿਸੇ ਨੂੰ, ਵੈਸੇ ਤੁਸੀਂ ਦੇਖੋਗੇ ਕਿ ਇੱਕ ਬੰਦਾ ਜਦੋਂ ਦੂਸਰਾ ਕੋਈ ਪਾਠ ਕਰਦਾ ਹੁੰਦਾ ਨਾ ਜ਼ਿਆਦਾ, ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ, ਆਓ ਭਗਤੋ। ਪਰ ਭਗਤ ਵਰਡ ਇੰਨਾ ਵੱਡਾ ਹੈ, ਇੰਨਾ ਉੱਚਾ ਹੈ ਕਿ ਭਗਤਾਂ ਨੂੰ ਬਾਬਾ ਜੀ ਨੇ ਆਪਣੇ ਨਾਲ ਦਰਜਾ ਦਿੱਤਾ ਹੈ। ਕਿਸ ਤਰ੍ਹਾਂ ਆਪਣੇ ਨਾਲ ਦਰਜਾ ਦਿੱਤਾ ਹੈ? ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਉਹਨਾਂ ਨੂੰ ਇੰਨਾ ਵੱਡਾ ਆਪਣੇ, ਜਿਵੇਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਦੇ ਹਾਂ, ਉਹ ਤੇ ਸਾਡੇ
ਸਾਡੇ ਗੁਰੂ ਨੇ, ਉਹਨਾਂ ਦੇ ਨਾਲ ਅਸੀਂ ਉਹਨਾਂ ਭਗਤਾਂ ਨੂੰ ਵੀ ਮੱਥਾ ਟੇਕਦੇ ਹਾਂ। ਇਸ ਲਈ ਭਗਤ ਬਹੁਤ ਉੱਚੇ ਨੇ। ਉਹ ਜਿੰਨੇ ਵੱਡੇ ਸਾਡੇ ਵਾਸਤੇ ਸਾਡੇ ਗੁਰੂ ਨੇ, ਅਗਰ ਉਹਨਾਂ ਦੀ ਬਾਣੀ ਸਾਡੇ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰਤੀ ਆ ਤੇ ਇਹਦਾ ਮਤਲਬ ਉਹਨਾਂ ਨੇ ਆਪਣੇ ਜਿੰਨਾ ਦਰਜਾ ਭਗਤਾਂ ਨੂੰ ਦਿੱਤਾ। ਹੁਣ ਪਾਕਿਸਤਾਨ ਦੇ ਵਿੱਚ ਹੁਣ ਸਾਰਿਆਂ ਨੂੰ ਬਾਣੀ ਦੇ ਵਿੱਚ ਬੜੀ ਭਗਤਾਂ ਦੀ ਬਾਣੀ ਆਈ ਹੈ। ਕਬੀਰ ਜੀ ਦੇ ਬਾਰੇ ਸਾਰਿਆਂ ਨੂੰ ਪਤਾ ਹੈ। ਫਿਰ ਹੋਰ ਵੀ ਰਵਿਦਾਸ ਜੀ ਆਏ ਨੇ, ਬੜੇ ਸਾਰੇ ਭਗਤ ਆਏ ਨੇ। ਤੇ ਅੱਜ ਅਸੀਂ ਦੇਖਾਂਗੇ ਇੱਕ ਭਗਤ ਸਦਨਾ ਜੀ, ਜਿਨ੍ਹਾਂ ਦਾ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਪਾਕਿਸਤਾਨ ਦੇ ਵਿੱਚ ਇੱਕ ਪਰਿਵਾਰ ਸੀ, ਕਸਾਈ ਪਰਿਵਾਰ, ਔਰ ਉਹਨਾਂ ਦਾ ਬੇਟਾ ਨਾਮ ਸੀ ਸਦਨਾ, ਤੇ ਪਿਤਾ ਦਾ ਕੰਮ ਸੀ ਬੱਕਰੇ ਵੱਢਣਾ, ਮਾਸ ਵੇਚਣਾ। ਤੇ ਜਦੋਂ ਸਦਨਾ ਜੀ ਥੋੜੇ ਜਿਹੇ ਵੱਡੇ ਹੋਏ ਤੇ ਪਿਤਾ ਜੀ ਨੇ ਕਿਹਾ ਕਿ ਸਦਨਿਆ, ਤੁਸੀਂ ਹੁਣ ਵੱਡੇ ਹੋ ਗਏ ਹੋ ਤੇ ਤੁਸੀਂ ਮੇਰੇ ਨਾਲ ਦੁਕਾਨ ਤੇ ਚੱਲਿਆ ਕਰੋ ਔਰ ਉੱਥੇ ਜਾ ਕੇ ਮੇਰੇ ਕੰਮ ਦੇ ਵਿੱਚ ਮੇਰਾ ਹੱਥ ਵਟਾਇਆ ਕਰੋ। ਤੇ ਪਿਤਾ ਜੀ ਦਾ ਕਹਿਣਾ ਮੰਨ ਕੇ ਸਦਨਾ ਜੀ ਨੇ ਉਹਨਾਂ ਦੇ ਨਾਲ ਦੁਕਾਨ ਤੇ ਜਾਣਾ ਸ਼ੁਰੂ ਕਰਤਾ। ਤੇ ਇਹਨਾਂ ਦਾ ਬਚਪਨ ਤੋਂ ਹੀ ਥੋੜਾ ਇਹਨਾਂ ਦੇ ਪ੍ਰਭੂ ਦੇ ਨਾਲ, ਇਹਨਾਂ ਦੀ ਬੰਦਗੀ 'ਚ, ਇਹਨਾਂ ਦੇ ਭਗਤੀ ਵਿੱਚ ਇਹਨਾਂ ਰੁਝਾਵ ਸੀਗਾ। ਤੇ ਉਹ ਭਗਤੀ ਪ੍ਰਭੂ ਨੂੰ ਯਾਦ ਕਰਦੇ ਹੁੰਦੇ ਸੀ। ਤੇ ਜਿਸ ਤਰ੍ਹਾਂ ਥੋੜੇ ਕੁਝ ਤੇ ਟਾਈਮ ਬਾਅਦ ਉਹਨਾਂ ਨੇ ਆਪਣੇ ਪਿਤਾ ਜੀ ਦਾ ਕੰਮ ਸੰਭਾਲ ਲਿਆ, ਕਿ ਉਹਨਾਂ ਦਾ ਸਾਰਾ ਕੰਮ ਸਿੱਖ ਲਿਆ ਕਿ ਕਿਸ ਤਰ੍ਹਾਂ ਬੱਕਰਾ ਵੱਢਣਾ ਹੈ, ਕੱਟਣਾ ਹੈ, ਕਿਸ ਤਰ੍ਹਾਂ ਉਹਨੂੰ ਅੱਗੇ ਵੇਚਣਾ ਹੈ, ਕਿਸ ਭਾਵ ਵੇਚਣਾ ਹੈ। ਜੋ ਦੁਕਾਨਦਾਰੀ ਦੇ ਰੂਲਸ ਹੁੰਦੇ ਨੇ ਉਹਨਾਂ ਨੇ ਆਪਣੇ ਪਿਤਾ ਜੀ ਤੋਂ ਸਿੱਖ ਲਿੱਤੇ। ਇੱਕ ਵਾਰੀ ਕੀ ਹੋਇਆ ਕਿ ਉਹ ਟੋਕਰਾ ਭਰਿਆ ਮਾਸ ਦਾ ਲੈ ਕੇ ਜਾ ਰਹੇ ਸੀ। ਤੇ ਰੁਝਾਵ ਤੇ ਇਹਨਾਂ ਦਾ ਸੀਗਾ ਹੀ, ਪ੍ਰਭੂ ਵਾਲੇ ਇਹਨਾਂ ਦਾ ਰੁਝਾਵ ਤੇ ਸੀਗਾ ਹੀ। ਤੇ ਉਹਨਾਂ ਨੂੰ ਰਸਤੇ ਦੇ ਵਿੱਚ ਸਾਧੂਆਂ ਦੀ ਇੱਕ ਮੰਡਲੀ ਮਿਲੀ। ਪੁਰਾਣੇ ਜ਼ਮਾਨੇ 'ਚ ਹੁਣ ਵੀ ਅਸੀਂ ਦੇਖਦੇ ਹਾਂ ਕਿ ਕਈ ਜਗ੍ਹਾ ਸਾਧੂ ਮੰਡਲੀ ਇਕੱਠੀ ਕਰਕੇ ਜਾਂਦੇ ਨੇ, ਉਹ ਜਗ੍ਹਾ ਜਗ੍ਹਾ ਜਾਂਦੇ ਨੇ, ਕੀਰਤਨ ਕਰਦੇ ਨੇ, ਭਜਨ ਬੰਦਗੀ ਕਰਦੇ ਨੇ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਨੇ। ਅੱਜ ਵੀ ਕਈ ਜਗ੍ਹਾ ਤੇ ਇਹੋ ਜਿਹੀਆਂ ਮੰਡਲੀਆਂ ਹੈਗੀਆਂ ਨੇ। ਤੇ ਜਦੋਂ ਉਹ ਜਾ ਰਹੇ ਸੀ ਔਰ ਜਦੋਂ ਉਹ ਸਾਧੂ ਭਜਨ ਕਰ ਰਹੇ ਸੀ, ਤੇ ਉਸ ਭਜਨ ਦਾ ਮਤਲਬ ਸੀ ਕਿ ਜੋ ਤੁਸੀਂ ਕਰਮ ਕੀਤੇ ਨੇ ਉਹ ਤੁਹਾਨੂੰ ਫਲ ਭੋਗਣਾ ਹੀ ਪਏਗਾ। ਸੰਗਤ ਜੀ, ਬਾਣੀ 'ਚ ਵੀ ਹੈ ਕਿ ਜੋ ਅਸੀਂ ਬੀਜਦੇ ਹਾਂ ਸਾਨੂੰ ਉਹੀ ਖਾਣਾ। ਜੋ ਕਰਮ ਅਸੀਂ ਕਰ ਰਹੇ ਹਾਂ, ਅਸੀਂ ਚੰਗੇ ਕਰਮ ਕਰਦੇ ਹਾਂ ਤੇ ਉਹ ਸੁੱਖ ਦੇ ਰੂਪ 'ਚ ਸਾਡੇ ਅੱਗੇ ਆਉਂਦੇ ਨੇ। ਅਗਰ ਅਸੀਂ ਮਾੜੇ ਕਰਮ ਕਰਦੇ ਹਾਂ, ਉਹ ਦੁੱਖ ਦੇ ਰੂਪ 'ਚ ਸਾਡੇ ਅੱਗੇ ਸਾਹਮਣੇ ਆਉਂਦੇ ਨੇ। ਤੇ ਇਹ ਅਸੀਂ ਬਾਣੀ ਵਿੱਚ ਵੀ ਦੇਖਦੇ ਹਾਂ, ਜਿੰਨੇ ਵੀ ਭਗਤ ਹੋਏ ਉਹਨਾਂ ਨੇ ਆਪਣੇ ਕਰਮ ਨੂੰ ਆਪਣੀ ਭਗਤੀ ਬਣਾਇਆ। ਉਹਨਾਂ ਨੇ ਆਪਣੇ ਕੰਮ ਨਹੀਂ ਛੱਡੇ। ਅਸੀਂ ਹੁਣ ਦੇਖਾਂਗੇ, ਅਸੀਂ ਤੇ ਇਹੀ ਕਹਿੰਦੇ ਹਾਂ, ਸਾਰਾ ਦਿਨ ਅਸੀਂ ਕੰਮ ਕਰਦੇ ਹਾਂ, ਸਾਨੂੰ ਪਾਠ ਕਰਨ ਵਾਸਤੇ ਟਾਈਮ ਹੀ ਨਹੀਂ ਮਿਲਦਾ। ਜਿਹਨੂੰ ਪੁੱਛੋ ਉਹ ਕਹੇਗਾ ਨਹੀਂ, ਮੈਂ ਤੇ ਬੜਾ ਬਿਜ਼ੀ ਹਾਂ, ਮੈਂ ਤੇ ਆਪਣੇ ਬਿਜ਼ਨਸ ਤੇ ਜਾਣਾ ਹੈ, ਸਾਰਾ ਦਿਨ ਉੱਥੇ ਮੈਨੂੰ ਟਾਈਮ ਹੀ ਨਹੀਂ ਮਿਲਦਾ ਪਾਠ ਕਰਨ ਦਾ। ਅਸੀਂ ਹਾਊਸ ਵਾਈਫਸ, ਅਸੀਂ ਕਹਿੰਦੇ ਹਾਂ ਕਿ ਸਾਰਾ ਦਿਨ ਬੱਚਿਆਂ 'ਚ ਨਿਕਲ ਜਾਂਦਾ, ਸਾਰੇ ਦਿਨ ਕੰਮਾਂ 'ਚ ਨਿਕਲ ਜਾਂਦਾ, ਸਾਨੂੰ ਟਾਈਮ ਹੀ ਨਹੀਂ ਮਿਲਦਾ। ਪਰ ਭਗਤੀ ਜਿਹੜੇ ਭਗਤ ਹੋਏ ਨੇ ਉਹਨਾਂ ਨੇ ਆਪਣੇ ਕੰਮ ਦੇ ਵਿੱਚ ਹੀ ਉਹਨਾਂ ਨੇ ਭਗਤੀ ਕੀਤੀ। ਤੁਸੀਂ ਸਾਰੇ ਜਾਣੂ ਹੋ। ਤੇ ਇਸ ਲਈ ਜਦੋਂ ਅਸੀਂ ਸਵੇਰੇ ਉੱਠ ਕੇ, ਜਦੋਂ ਅਸੀਂ ਅੰਮ੍ਰਿਤ ਵੇਲੇ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤੇ ਬਾਕੀ ਦੇ ਜਿਹੜੇ ਪਹਿਰ ਹੁੰਦੇ ਨੇ ਉਹ ਸਾਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਰੱਖਣੇ ਚਾਹੀਦੇ ਆ। ਅਗਰ ਅਸੀਂ ਕੁਕਿੰਗ ਵੀ ਕਰ ਰਹੇ ਹਾਂ ਤੇ ਸਾਡੇ ਅੰਦਰ ਵਾਹਿਗੁਰੂ ਦਾ ਨਾਮ ਸਾਨੂੰ ਸਿਮਰਨਾ ਚਾਹੀਦਾ। ਵਾਹਿਗੁਰੂ ਦਾ ਭੈ ਸਾਡੇ ਮਨ ਦੇ ਵਿੱਚ ਹੋਣਾ ਚਾਹੀਦਾ ਹਰ ਕਰਮ ਕਰਦੇ ਵਕਤ, ਕਿਉਂਕਿ ਅਸੀਂ ਭੁੱਲ ਜਾਂਦੇ ਹਾਂ
ਕਿ ਜਦੋਂ ਅਸੀਂ ਕੋਈ ਮਾੜਾ ਕਰਮ ਕਰਨ ਲੱਗਦੇ ਆ, ਅਸੀਂ ਉਦੋਂ ਸੋਚਦੇ ਆ ਉਦੋਂ ਵਾਹਿਗੁਰੂ ਨਹੀਂ ਸਾਨੂੰ ਦੇਖ ਰਿਹਾ, ਉਦੋਂ ਸਾਨੂੰ ਪਰਮਾਤਮਾ ਨਹੀਂ ਦੇਖ ਰਿਹਾ। ਪਰ ਪਰਮਾਤਮਾ ਇੱਕ ਐਸਾ ਸੀਸੀਟੀਵੀ ਕੈਮਰਾ ਹੈ ਜੋ ਕਿ ਕੱਟ ਕੱਟ ਕੇ ਜਾਣੇ ਔਰ ਪਟ ਪਟ ਕੀ ਵੀ ਜਾਣੇ। ਜੋ ਘਟ ਰਿਹਾ ਹੈ ਉਹਦੀ ਵੀ ਜਾਣਦਾ ਹੈ ਵਾਹਿਗੁਰੂ, ਔਰ ਜੋ ਪਟ ਹੈ ਜੋ ਸਾਨੂੰ ਨਹੀਂ ਦਿਖ ਰਿਹਾ ਪਰ ਉਹ ਘਟ ਰਿਹਾ ਹੈ, ਜੋ ਸਾਨੂੰ ਨਹੀਂ ਦਿਖ ਰਿਹਾ, ਜੋ ਪਟ ਹੈ ਜੋ ਪਰਦੇ ਦੇ ਅੰਦਰ ਚੱਲ ਰਿਹਾ ਹੈ, ਮੀਨਸ ਸਾਡੇ ਮਨ ਦੇ ਅੰਦਰ ਵੀ ਜੋ ਬੁਰੇ ਖਿਆਲ ਚੱਲ ਰਹੇ ਨੇ ਉਹ ਵਾਹਿਗੁਰੂ ਉਹ ਵੀ ਜਾਣਦਾ, ਇਸ ਲਈ ਉਹਦੇ ਤੋਂ ਕੋਈ ਛੁਪਿਆ ਨਹੀਂ ਹੈ। ਤੇ ਸਧਨਾ ਜੀ ਜਦੋਂ ਉਹਨਾਂ ਦੇ ਮਨ 'ਚ, ਜਦੋਂ ਉਹਨਾਂ ਦੇ ਕੰਨਾਂ 'ਚ ਇਹ ਆਵਾਜ਼ ਪਈ ਕਿ ਜੋ ਅਸੀਂ ਕਰਮ ਕਰਦੇ ਆ ਉਹਦਾ ਤੇ ਸਾਨੂੰ ਫਲ ਭੋਗਣਾ ਪਏਗਾ, ਤੇ ਉਹ ਇਹ ਸੁਣ ਕੇ ਉਹਨਾਂ ਦਾ ਸਰੀਰ ਕੰਬ ਗਿਆ ਔਰ ਉਸ ਤੋਂ ਬਾਅਦ ਉਹਨਾਂ ਦੇ ਹੱਥ ਤੋਂ ਟੋਕਰਾ ਗਿਰ ਗਿਆ, ਮਾਸ ਦਾ ਟੋਕਰਾ ਗਿਰ ਗਿਆ। ਉਹ ਤੇ ਫਿਰ ਜਲਦੀ ਨਾਲ ਉੱਥੇ ਜਾਨਵਰ ਆਏ ਔਰ ਉਹ ਖਾ ਗਏ, ਤੇ ਉਹ ਜਾ ਕੇ ਸਾਧੂਆਂ ਦੇ ਨਾਲ ਬੈਠ ਗਏ, ਉਹਨਾਂ ਦੇ ਭਜਨ ਸੁਣੇ, ਉਹਨਾਂ ਤੋਂ ਉਪਦੇਸ਼ ਲਿੱਤੇ, ਉਹਨਾਂ ਨੂੰ ਪੁੱਛਿਆ ਕਿ ਬਈ ਮੇਰੇ ਵਾਸਤੇ ਕੁਝ ਉਪਦੇਸ਼ ਦਿਓ। ਤੇ ਉਹਨਾਂ ਨੇ ਜਦੋਂ ਕਿਹਾ ਕਿ ਅਸੀਂ ਇਹ ਮਨੁੱਖਤਾ ਜੀਵਨ ਅਸੀਂ ਭਜਨ ਬੰਦਗੀ ਕਰਨ ਆਏ ਆ, ਤੇ ਇਹ ਉਹਨਾਂ ਦੇ ਮਨ 'ਚ ਗੱਲ ਵੱਸ ਗਈ। ਹੁਣ ਸਾਨੂੰ ਵੀ ਤੇ ਬਾਣੀ ਨੇ ਇਹੀ ਕਿਹਾ ਨਾ ਕਿ ਬਈ ਅਸੀਂ ਸਾਨੂੰ ਇਹ ਜਿਹੜਾ ਮਨੁੱਖ ਜਨਮ ਮਿਲਿਆ ਸਾਨੂੰ ਭਜਨ ਬੰਦਗੀ ਕਰਨ ਵਾਸਤੇ ਮਿਲਿਆ, ਪਰ ਸਾਡੇ ਮਨ 'ਚ ਤੇ ਇਹ ਗੱਲ ਵੱਸਦੀ ਨਹੀਂ, ਅਸੀਂ ਤੇ ਜਾਗਦੇ ਹੀ ਨਹੀਂ। ਪਰ ਭਗਤ ਉਹੀ ਹੋਏ ਨੇ ਜੋ ਟਾਈਮ ਨਾਲ ਜਾਗ ਗਏ ਨੇ ਔਰ ਉਹਨਾਂ ਨੇ ਆਪਣਾ ਚਿੱਤ ਪ੍ਰਭੂ ਦੇ ਚਰਨਾਂ 'ਚ ਲਗਾ ਲਿਆ। ਭਗਤ ਤੇ ਉਹੀ ਹੋਏ ਨੇ। ਤੇ ਜਦੋਂ ਉਹਨਾਂ ਨੇ ਇਹ ਸੁਣਿਆ ਕਿ ਸਾਨੂੰ ਕਰਮ ਸਾਨੂੰ ਐਦਾਂ ਕਰਨੇ ਚਾਹੀਦੇ ਨੇ, ਸਾਨੂੰ ਭਗਤ ਭਜਨ ਬੰਦਗੀ ਕਰਨੀ ਚਾਹੀਦੀ ਹੈ, ਤੇ ਉਸ ਤੋਂ ਬਾਅਦ ਉਹ ਕਹਿੰਦੇ ਕਰਮ ਤੇ ਮੈਂ ਛੋੜ ਨਹੀਂ ਸਕਦਾ, ਕਿਉਂਕਿ ਜੋ ਕਰਮ ਉਹਨਾਂ ਦਾ ਕੰਮ ਸੀ ਬੱਕਰੇ ਕੱਟਣਾ ਔਰ ਵੇਚਣਾ ਮਾਸ, ਉਹ ਕਹਿੰਦੇ ਕਰਮ ਤੇ ਮੈਂ ਛੋੜ ਨਹੀਂ ਸਕਦਾ। ਤੇ ਉਹਨਾਂ ਨੇ ਆਪਣੇ ਕਰਮ ਨੂੰ ਹੀ ਬੰਦਗੀ ਬਣਾ ਲਈ। ਕਿਸ ਤਰ੍ਹਾਂ? ਇੱਕ ਵਾਰੀ ਉਹ ਜਾ ਰਹੇ ਸੀ ਤੇ ਜਾਂਦੇ ਜਾਂਦੇ ਉਹਨਾਂ ਨੂੰ ਇੱਕ ਸਾਲਗ੍ਰਾਮ ਦਾ ਪੱਥਰ ਮਿਲਿਆ। ਸਾਲਗ੍ਰਾਮ ਪੱਥਰ ਹੁੰਦਾ ਹੈ, ਓਵਲ ਸ਼ੇਪ 'ਚ ਹੁੰਦਾ ਹੈ, ਕਾਲੇ ਰੰਗ ਦਾ, ਉਹਦੇ ਉੱਤੇ ਲਾਈਨਾਂ ਹੁੰਦੀਆਂ ਨੇ, ਤੇ ਹਿੰਦੂ ਲੋਕ ਉਹਨੂੰ ਭਗਵਾਨ ਦਾ ਰੂਪ ਜਾਣ ਕੇ ਉਹਦੀ ਪੂਜਾ ਕਰਦੇ ਨੇ। ਤੇ ਸਧਨਾ ਜੀ ਨੇ ਉਹ ਪੱਥਰ ਚੁੱਕ ਲਿਆ ਔਰ ਲੈ ਗਏ ਆਪਣੀ ਦੁਕਾਨ ਤੇ ਨਾਲੇ ਤੇ ਉਹਦੀ ਪੂਜਾ ਕਰਨੀ ਔਰ ਨਾਲੇ ਉਹਦੇ ਨਾਲ ਮਾਸ ਤੋਲਦੇ ਹੁੰਦੇ ਸੀ, ਔਰ ਪ੍ਰਭੂ ਦਾ ਚਿੰਤਨ ਉਹਨਾਂ ਦੇ ਮਨ 'ਚ ਰਹਿੰਦਾ ਸੀ, ਪਰ ਪ੍ਰਭੂ ਦਾ ਭੈ ਰਹਿੰਦਾ ਸੀ। ਉਹ ਤੇ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕੋਈ ਵੀ ਜਾ ਕੇ ਜਦੋਂ ਕੋਈ ਆਪਣੀ ਸ਼ੌਪ ਖੋਲਦਾ ਹੈ ਤੇ ਉਹ ਧੂਪ ਅਗਰਬੱਤੀ ਕਰਦਾ ਹੈ, ਔਰ ਕਈ ਦੁਕਾਨਦਾਰ ਵੀ ਅਸੀਂ ਦੇਖਦੇ ਹਾਂ ਕਿ ਉਹ ਜਦੋਂ ਜਿਸ ਚੀਜ਼ ਦੇ ਨਾਲ ਜੋ ਵੇਟਸ ਦੇ ਨਾਲ ਉਹ ਸੌਦਾ ਤੋਲਦੇ ਨੇ ਉਹਨਾਂ ਨੂੰ ਵੀ ਅਗਰਬੱਤੀ ਕਰਦੇ ਨੇ। ਤੇ ਸਧਨਾ ਜੀ ਨੇ ਵੀ ਐਦਾਂ ਕਰਨਾ। ਉਹਨਾਂ ਨੇ ਪਹਿਲਾਂ ਤੇ ਸਵੇਰੇ ਉੱਠਣਾ, ਆਪਣੇ ਸਾਲਗ੍ਰਾਮ ਦੇ ਪੱਥਰ ਨੂੰ ਉਹਨਾਂ ਨੇ ਪੂਜਣਾ, ਉਹਨਾਂ ਧੂਪ ਅਗਰਬੱਤੀ ਕਰਨੀ ਔਰ ਫਿਰ ਉਸ ਦੇ ਨਾਲ ਮਾਸ ਤੋਲਿਆ ਕਰਨਾ। ਤੇ ਇਹ ਸਾਰੇ ਜਗ੍ਹਾ ਤੇ ਗੱਲ ਫੈਲ ਗਈ, ਤੇ ਕੁਝ ਸਾਧੂ ਉਹਨਾਂ ਦੇ ਕੋਲ ਆਂਦੇ ਰਹਿੰਦੇ ਸੀ, ਤੇ ਕੁਝ ਸਾਧੂ ਉਹਨਾਂ ਦੇ ਕੋਲ ਆਏ ਤੇ ਉਹਨਾਂ ਨੂੰ ਕਿਹਾ ਕਿ ਬਈ ਇਹ ਪੱਥਰ ਤੇ ਪੂਜਨ ਲਾਇਕ ਹੈ, ਇਹਦੇ ਨਾਲ ਤੇ ਮਾਸ ਨਹੀਂ ਤੋਲੀਦਾ। ਤੇ ਸਧਨਾ ਜੀ ਕਹਿੰਦੇ ਕਿ ਮੈਨੂੰ ਤੇ ਪਤਾ ਨਹੀਂ ਇਹ ਕਿਸ ਵਾਸਤੇ ਆ, ਮੈਂ ਤੇ ਇਹਦੇ ਨਾਲ ਦੋਨੋਂ ਕੰਮ ਕਰ ਲੈਣਾ, ਮੈਂ ਤੇ ਇਹਦੀ ਪੂਜਾ ਵੀ ਕਰ ਲੈਣਾ ਔਰ ਮੇਰਾ ਇਹਦੇ ਨਾਲ ਕੰਮ ਵੀ ਚੱਲ ਜਾਂਦਾ ਹੈ। ਇਹ ਤੇ ਬਾਣੀ ਵੀ ਕਹਿੰਦੀ ਹੈ ਕਿ ਜਿਹੜੇ ਭੋਲੇ ਭਾਵ ਭਗਤੀ ਹੁੰਦੀ ਹੈ ਫਲ ਉਹਨੂੰ ਹੀ ਲੱਗਦੇ ਨੇ। ਸਾਡੇ ਵਾਂਗੂ ਬਾਣੀ ਨੇ ਲਿਖਿਆ ਕਿ ਅਗਰ ਚਤਰਾਈ ਕਰੀਏ ਨਾ ਉਹ ਫਿਰ ਮੂੰਹ ਦੀ ਸਾਨੂੰ ਖਾਣੀ ਪੈਂਦੀ ਹੈ। ਸਾਨੂੰ ਚਤਰਾਈ ਨਹੀਂ ਕਰਨੀ ਚਾਹੀਦੀ, ਸਾਨੂੰ ਪ੍ਰਭੂ ਦੇ ਨਾਲ ਇਮਾਨਦਾਰੀ ਦੇ ਨਾਲ ਭੋਲੇ ਭਾਵ ਦੇ ਨਾਲ ਸਾਨੂੰ ਪ੍ਰਭੂ ਦਾ ਚਿੰਤਨ ਕਰਨਾ ਚਾਹੀਦਾ, ਪ੍ਰਭੂ ਨੂੰ ਚੇਤੇ ਕਰਨਾ ਚਾਹੀਦਾ। ਤੇ ਉਹ ਕਹਿੰਦੇ ਜੀ ਮੈਨੂੰ ਇਹ ਗੱਲਾਂ ਪਤਾ ਨਹੀਂ, ਮੇਰੀਆਂ ਤੇ ਦੋਨੋਂ ਕੰਮ ਇਹਦੇ ਨਾਲ ਹੋ ਜਾਂਦੇ ਨੇ। ਤੇ ਫਿਰ ਇੱਕ ਵਾਰੀ ਇੱਕ ਮਹਾਤਮਾ ਆਉਂਦੇ ਨੇ ਉਹਨਾਂ ਦੀ ਦੁਕਾਨ ਤੇ ਉਹਨਾਂ ਨੂੰ ਕਹਿੰਦੇ ਕਿ ਇਹ ਪੱਥਰ ਤੂੰ ਮੈਨੂੰ ਦੇ ਦੇ, ਕਿਉਂਕਿ ਇਹ ਪੂਜਨ ਲਾਇਕ ਹੈ
ਇਹਦੇ ਬਦਲੇ ਮੈਂ ਤੈਨੂੰ ਕੋਈ ਹੋਰ ਪੱਥਰ ਦੇ ਦਿੰਦਾ। ਸਦਨਾ ਜੀ ਸਿੱਧੇ ਸਾਦੇ ਸੀ, ਉਹਨਾਂ ਨੇ ਤੇ ਪ੍ਰਭੂ ਦਾ ਨਾਮ ਲੈਣਾ ਸੀ। ਉਹ ਤੇ ਸਾਨੂੰ ਤੇ ਬਾਣੀ ਵੀ ਕਹਿੰਦੀ ਹੈ ਕਿ ਤੁਸੀਂ ਜਿੱਥੇ ਬੈਠੇ ਹੋ ਉੱਥੇ ਪ੍ਰਭੂ ਦਾ ਨਾਮ, ਤੁਸੀਂ ਅਗਰ ਅਸੀਂ ਸਿਰਫ ਵਾਹਿਗੁਰੂ ਕਵਾਂਗੇ ਤਾਂ ਵੀ ਬਾਬਾ ਜੀ ਨੂੰ ਕਬੂਲ ਹੈ। ਅਗਰ ਅਸੀਂ ਕੋਈ ਪਾਠ ਕਰਕੇ ਅਰਦਾਸ ਕਰਦੇ ਹਾਂ ਬਾਬਾ ਜੀ ਨੂੰ, ਉਹ ਵੀ ਕਬੂਲ ਹੈ। ਅਗਰ ਅਸੀਂ ਕੋਈ ਵੀ ਪਾਠ ਕਰਦੇ ਹਾਂ, ਅਗਰ ਅਸੀਂ ਪਹਿਲੀ ਪੌੜੀ ਦਾ ਪਾਠ ਕਰਦੇ ਹਾਂ ਬਾਬਾ ਜੀ ਨੂੰ ਉਹ ਵੀ ਕਬੂਲ ਹੈ। ਅਗਰ ਅਸੀਂ ਮੂਲ ਮੰਤਰ ਕਰਦੇ ਹਾਂ ਉਹ ਵੀ ਕਬੂਲ ਹੈ। ਅਗਰ ਸਿਰਫ ਇੱਕ ਓਂਕਾਰ ਸਤਨਾਮ ਜਾਂ ਵਾਹਿਗੁਰੂ ਜਪਦੇ ਹਾਂ ਬਾਬਾ ਜੀ ਨੂੰ ਉਹ ਵੀ ਕਬੂਲ ਹੈ। ਤੇ ਉਹ ਕਹਿੰਦੇ ਠੀਕ ਹੈ, ਉਹਨਾਂ ਨੂੰ ਉਹ ਪੱਥਰ ਦੇ ਦਿੰਦੇ ਨੇ, ਸਾਲਗ੍ਰਾਮ ਦਾ ਪੱਥਰ ਦੇ ਦਿੰਦੇ ਨੇ। ਮਹਾਤਮਾ ਜੀ ਉਹ ਪੱਥਰ ਲੈ ਜਾਂਦੇ ਨੇ, ਕਿਉਂਕਿ ਉਹ ਹਿੰਦੂ ਹੁੰਦੇ ਨੇ। ਤੇ ਫਿਰ ਉਹਨੂੰ ਜਾ ਕੇ ਪਹਿਲਾਂ ਦੁੱਧ ਦੇ ਨਾਲ ਉਹਨੂੰ ਇਸ਼ਨਾਨ ਕਰਾਉਂਦੇ ਨੇ, ਉਹਨੂੰ ਫਿਰ ਉਹਦੀ ਆਰਤੀ ਕਰਦੇ ਨੇ। ਆਰਤੀ ਕਰਨ ਤੋਂ ਬਾਅਦ 'ਚ ਉਹਨੂੰ ਆਰਤੀ ਫੁੱਲ ਚੜਾਉਂਦੇ ਨੇ, ਆਰਤੀ ਉਹਨਾਂ ਦੀ ਕਰਦੇ ਨੇ। ਫਿਰ ਭਜਨ ਬੰਦਗੀ ਕਰਦੇ ਨੇ, ਭਜਨ ਗਾਉਂਦੇ ਨੇ। ਇਸ ਤਰ੍ਹਾਂ ਕਰਕੇ ਸਾਰਾ ਦਿਨ ਨਿਕਲ ਜਾਂਦਾ, ਰਾਤ ਪੈ ਜਾਂਦੀ ਹੈ ਤੇ ਸੌ ਜਾਂਦੇ ਨੇ। ਤੇ ਰਾਤੀ ਉਹਨਾਂ ਨੂੰ ਸੁਪਨਾ ਆਉਂਦਾ ਹੈ ਕਿ ਮੇਰਾ ਇੱਥੇ ਦਿਲ ਨਹੀਂ ਲੱਗਦਾ, ਮੈਨੂੰ ਤੁਸੀਂ ਸਦਨੇ ਦੇ ਕੋਲ ਛੋੜ ਆਓ। ਤੇ ਉਹ ਉਦੋਂ ਤੇ ਉਹਨਾਂ ਨੂੰ ਉਹ ਕੁਛ ਨਹੀਂ ਹੁੰਦਾ, ਉਹਦੇ ਤੇ ਅਮਲ ਨਹੀਂ ਕਰਦੇ। ਅਗਲੇ ਦਿਨ ਫਿਰ ਇਸ ਤਰ੍ਹਾਂ ਹੁੰਦਾ ਹੈ। ਜਦੋਂ 2-3 ਦਿਨ ਬੀਤ ਜਾਂਦੇ ਨੇ ਤੇ ਉਹ ਮਹਾਤਮਾ ਨੂੰ ਰੋਜ਼ ਉਹੀ ਸੁਪਨਾ ਆਉਂਦਾ ਹੈ ਕਿ ਤੁਸੀਂ ਮੈਨੂੰ ਸਦਨੇ ਦੇ ਕੋਲ ਛੋੜ ਆਓ। ਬੇਸ਼ੱਕ ਉਹ ਕੰਮ ਤੇ ਮਾਸ ਤਾਂ ਕਰਦਾ ਹੈ, ਪਰ ਉਹਦੇ ਮਨ ਦੇ ਵਿੱਚ ਭੈ ਹੈ, ਉਹਦੇ ਕਰਮਾਂ ਦੇ ਵਿੱਚ ਧਰਮ ਹੈ। ਉਹ ਮੈਨੂੰ ਹਰ ਵੇਲੇ ਚੇਤੇ ਰੱਖਦਾ ਹੈ। ਉਹਦੇ ਮਨ ਦੇ ਵਿੱਚ ਪ੍ਰਭੂ ਵਾਸਤੇ ਜੋ ਪਿਆਰ ਹੈ ਉਹ ਨਿਸ਼ਕਾਮ ਹੈ। ਤੇ ਸਵੇਰੇ ਮਹਾਤਮਾ ਉੱਠਦੇ ਨੇ, ਮਹਾਤਮਾ ਜੀ ਉਹਦੇ ਕੋਲ ਸਦਨਾ ਜੀ ਕੋ ਜਾਂਦੇ ਨੇ। ਸਦਨਾ ਜੀ ਨੂੰ ਕਹਿੰਦੇ ਕਿ ਉਹ ਇਹ ਨਹੀਂ ਦੱਸਦੇ ਕਿ ਬਈ ਐਦਾਂ ਸੁਪਨਾ ਆਇਆ। ਉਹ ਸਦਨਾ ਜੀ ਨੂੰ ਉਹਨਾਂ ਤੇ ਕਹਿੰਦੇ ਆ ਇਹ ਪੱਥਰ ਤੁਸੀਂ ਹੀ ਆਪਣੇ ਕੋਲ ਰੱਖੋ। ਤੇ ਸਦਨਾ ਜੀ ਖੁਸ਼ ਹੋ ਜਾਂਦੇ ਨੇ ਤੇ ਉੱਥੇ ਉਹ ਪੱਥਰ ਰੱਖਦੇ ਨੇ। ਇਸ ਤਰ੍ਹਾਂ ਸਮੇਂ ਬੀਤਦਾ ਜਾਂਦਾ ਹੈ। ਜਦੋਂ ਸਮੇਂ ਬੀਤਦਾ ਜਾਂਦਾ ਹੈ ਤੇ ਇੱਕ ਵਾਰੀ ਕੀ ਹੁੰਦਾ ਹੈ ਕਿ ਸਦਨਾ ਜੀ ਦੀ ਚਰਚਾ ਬੜੀ ਹੋ ਜਾਂਦੀ ਹੈ, ਇੱਧਰ ਉੱਧਰ ਹੋ ਜਾਂਦੀ ਹੈ। ਤੇ ਉਹਨਾਂ ਦਾ ਫਿਰ ਮਨ ਨਹੀਂ ਲੱਗਦਾ, ਉਹ ਫਿਰ ਭਜਨ ਬੰਦਗੀ ਉਹ ਛੋੜ ਦਿੰਦੇ ਨੇ। ਭਜਨ ਬੰਦਗੀ ਛੋੜ ਕੇ ਫਿਰ ਜਦੋਂ ਉਹਨਾਂ ਦੇ ਬਾਣੀ ਪੜ੍ਹ ਹਾਂਜੀ, ਉਹ ਕਨੈਕਸ਼ਨ ਥੋੜਾ ਉਹ ਹੋ ਗਿਆ ਸੀ, ਚਲਾ ਗਿਆ ਸੀ। ਆਵਾਜ਼ ਆ ਰਹੀ ਹੈ? ਤੇ ਫਿਰ ਉਹ ਭਜਨ ਬੰਦਗੀ ਕਰਦੇ ਉਹ ਕੀ ਕਰਦੇ ਨੇ, ਉਹ ਆਪਣਾ ਇਲਾਕਾ ਛੋੜ ਦਿੰਦੇ ਨੇ। ਕਿਉਂਕਿ ਭਜਨ ਬੰਦਗੀ 'ਚੋਂ ਇੰਨੇ ਰੁੱਝ ਜਾਂਦੇ ਨੇ, ਉਹ ਫਿਰ ਜਿੱਥੇ ਜਾਂਦੇ ਨੇ ਉਹ ਭਜਨ ਬੰਦਗੀ ਉਹ ਕਰਦੇ ਨੇ। ਇੱਕ ਵਾਰੀ ਕੀ ਹੁੰਦਾ ਹੈ ਕਿ ਉਹ ਕਿਤੇ ਜਾਂਦੇ ਨੇ ਤੇ ਇਸ ਤੋਂ ਪਹਿਲਾਂ ਸੌਰੀ, ਅੱਜ ਪਤਾ ਨਹੀਂ ਕੀ ਹੋ ਰਿਹਾ, ਬਾਰ-ਬਾਰ ਉਹ ਲਿੰਕ ਟੁੱਟੀ ਜਾ ਰਿਹਾ, ਕਨੈਕਸ਼ਨ ਖਰਾਬ ਹੋ ਰਿਹਾ। ਤੇ ਇੱਕ ਵਾਰੀ ਕੀ ਹੁੰਦਾ ਹੈ, ਇਸ ਤੋਂ ਪਹਿਲਾਂ ਉਹਨਾਂ 'ਚ ਚੇਂਜਸ ਕਿੱਦਾਂ ਆਉਂਦੀਆਂ ਨੇ। ਇੱਕ ਵਾਰੀ ਇੱਕ ਬਾਦਸ਼ਾਹ ਰਾਤ ਦੇ ਟਾਈਮ ਉਹਨਾਂ ਕੋਲ ਮਾਸ ਲੈਣ ਆਉਂਦੇ ਨੇ ਤੇ ਸ਼ਾਮ ਦੇ ਟਾਈਮ ਮਾਸ ਸਾਰਾ ਖਤਮ ਹੋ ਜਾਂਦਾ ਹੈ। ਬਾਦਸ਼ਾਹ ਹੁੰਦੇ ਨੇ, ਉਹਨਾਂ ਨੂੰ ਮਨਾ ਵੀ ਨਹੀਂ ਕਰ ਸਕਦੇ। ਤੇ ਉਹ ਦੀਪਕ, ਅੱਜ ਪਤਾ ਨਹੀਂ ਕਨੈਕਸ਼ਨ ਕਿਉਂ ਖਰਾਬ ਹੋ ਰਿਹਾ। ਹਾਂਜੀ, ਆਵਾਜ਼ ਆ ਰਹੀ ਭਾਜੀ?
ਹਾਂਜੀ ਹਾਂਜੀ, ਬਾਰ ਬਾਰ ਪਤਾ ਨਹੀਂ ਕਿਉਂ ਜਾਈ ਜਾ ਰਿਹਾ। ਹਾਂਜੀ, ਲੀਵ ਕਰਕੇ ਮੀਟਿੰਗ ਮੈਂ ਦੁਬਾਰਾ ਕਨੈਕਟ ਕਰਦੀ ਹਾਂ। ਹੁਣ ਹੋ ਗਿਆ ਭਾਜੀ? ਹਾਂਜੀ। ਤੇ ਇੱਕ ਵਾਰੀ ਕੀ ਹੁੰਦਾ ਹੈ, ਸ਼ਾਮ ਦੇ ਟਾਈਮ ਦਰਬਾਰ ਤੋਂ, ਬਾਦਸ਼ਾਹ ਦੇ ਦਰਬਾਰ ਤੋਂ ਉਹਨਾਂ ਦੇ ਕੋਲ ਮਾਸ ਲੈਣ ਆਉਂਦੇ ਨੇ। ਤੇ ਸ਼ਾਮ ਦਾ ਟਾਈਮ ਹੁੰਦਾ ਹੈ। ਉਹ ਕਹਿੰਦੇ ਨੇ, ਕਹਿੰਦੇ ਅਗਰ ਮੈਂ, ਉਹ ਪਹਿਲਾਂ ਤੇ ਮਨਾ ਕਰ ਦਿੰਦੇ ਨੇ, ਕਹਿੰਦੇ ਇਸ ਟਾਈਮ ਮਾਸ ਖਤਮ ਹੋ ਗਿਆ, ਪਰ ਬਾਦਸ਼ਾਹ ਨੂੰ ਮਨਾ ਨਹੀਂ ਕਰ ਸਕਦੇ। ਫਿਰ ਉਹ ਸੋਚਦੇ ਨੇ, ਕਹਿੰਦੇ ਹੈ ਕਿ ਬੱਕਰੇ ਦਿਆਂ ਮੈਂ ਇੱਕ ਲੱਤ ਕੱਟ ਕੇ ਦੇ ਦਿੰਨਾ ਹੈ ਤੇ ਮੈਂ ਫਿਰ ਬਾਦਸ਼ਾਹ ਨੂੰ ਦੇ ਦਿੰਨਾ ਹੈ। ਪਰ ਜਦੋਂ ਬੱਕਰੇ ਦੇ ਕੋਲ ਜਾਂਦੇ ਨੇ ਤੇ ਪਹਿਲਾਂ ਤੇ ਬੱਕਰਾ ਰੋਂਦਾ ਹੈ। ਉਹ ਦੇਖਦੇ ਨੇ ਕਿ ਬੱਕਰੇ ਦੀ ਅੱਖਾਂ 'ਚੋਂ ਆਂਸੂ ਆ ਰਹੇ ਨੇ। ਫਿਰ ਉਸ ਤੋਂ ਬਾਅਦ ਬੱਕਰਾ ਹੱਸਦਾ ਔਰ ਉਹ ਬੜੇ ਹੈਰਾਨ ਹੁੰਦੇ ਨੇ। ਤੇ ਉਦੋਂ ਇੱਕ ਆਵਾਜ਼ ਆਉਂਦੀ ਹੈ, ਕਈ ਇਤਿਹਾਸ 'ਚ ਲਿਖਿਆ ਕਿ ਉਹਨਾਂ ਦੇ ਮਨ 'ਚੋਂ ਆਵਾਜ਼ ਆਉਂਦੀ ਹੈ, ਕਈ ਕਹਿੰਦੇ ਨੇ ਇਸ ਤਰ੍ਹਾਂ ਆਵਾਜ਼ ਆਉਂਦੀ ਹੈ। ਆਵਾਜ਼ ਆਉਂਦੀ ਹੈ ਕਿ ਬੱਕਰਾ ਕਹਿ ਰਿਹਾ ਹੈ ਕਿ ਸੱਜਣਿਆ, ਕਈ ਵਾਰ ਤੂੰ ਮੈਨੂੰ ਕੱਟਿਆ ਔਰ ਕਈ ਵਾਰ ਮੈਂ ਤੈਨੂੰ ਕੱਟਿਆ। ਇਹ ਸਾਡੇ ਕਰਮ ਨੇ, ਕਿਉਂਕਿ ਹਰ ਜਨਮ 'ਚ ਕਰਮ ਦਾ ਸਾਨੂੰ ਲੇਖਾ ਜੋਖਾ ਦੇਣਾ ਪੈਂਦਾ ਹੈ। ਕਈ ਜਨਮਾਂ ਤੋਂ ਤੂੰ ਮੈਨੂੰ ਕੱਟਿਆ ਔਰ ਕਈ ਜਨਮਾਂ ਤੋਂ ਮੈਂ ਤੈਨੂੰ ਕੱਟਿਆ। ਪਰ ਅੱਜ ਤੂੰ ਇੱਕ ਨਵੀਂ ਰੀਤ ਸ਼ੁਰੂ ਕਰਨ ਲੱਗਾ ਹੈ ਕਿ ਤੂੰ ਮੇਰਾ ਇੱਕ ਅੰਗ ਕੱਟ ਕੇ ਤੂੰ ਸਾਰੀ ਰਾਤ ਤੜਫਾਏਂਗਾ। ਅੱਜ ਤੂੰ ਇੱਕ ਨਵੀਂ ਰੀਤ ਸ਼ੁਰੂ ਕਰਨ ਲੱਗਾ। ਤੇ ਇਹ ਸੁਣ ਕੇ ਉੱਥੇ ਹੀ ਸਦਨਾ ਜੀ ਦੇ ਹੱਥੋਂ ਛੁਰੀ ਗਿਰ ਜਾਂਦੀ ਹੈ ਔਰ ਫਿਰ ਉਹ ਜੋ ਦਰਬਾਰ ਤੋਂ ਅਹਿਲਕਾਰ ਆਏ ਹੁੰਦੇ ਨੇ, ਉਹਨਾਂ ਨੂੰ ਕਹਿੰਦੇ ਨੇ ਕਿ ਬਾਦਸ਼ਾਹ ਤੋਂ ਮਾਫੀ ਮੰਗਣਾ, ਤੁਸੀਂ ਕਿਤੋਂ ਹੋਰ ਮਾਸ ਲੈ ਲਓ, ਮੈਂ ਅੱਜ ਤੋਂ ਬਾਅਦ ਮਾਸ ਨਹੀਂ ਵੇਚਣਾ। ਫਿਰ ਇਹ ਸਭ ਕੰਮ ਛੋੜ ਕੇ ਸਦਨਾ ਜੀ ਭਜਨ ਬੰਦਗੀ ਵਿੱਚ ਹੀ ਲੱਗ ਜਾਂਦੇ ਨੇ ਕਿ ਕਰਮਾਂ ਦਾ ਲੇਖਾ ਜੋਖਾ ਦੇਣਾ ਹੀ ਪੈਣਾ ਹੈ। ਹੁਣ ਬਾਣੀ ਵੀ ਸਾਨੂੰ ਕਹਿੰਦੀ ਹੈ, ਪਰ ਅਸੀਂ ਤੇ ਮੰਨਦੇ ਨਹੀਂ ਕਿ ਸਾਨੂੰ ਲੇਖਾ ਜੋਖਾ ਦੇਣਾ ਪੈਣਾ। ਤੇ ਸਦਨਾ ਜੀ ਜਗ੍ਹਾ ਜਗ੍ਹਾ ਜਾ ਕੇ ਪਰਮਾਤਮਾ ਦੀ ਬੰਦਗੀ ਕਰਦੇ ਨੇ ਤੇ ਫਿਰ ਭਜਨ ਬੰਦਗੀ ਕਰਦੇ ਨੇ। ਤੇ ਇੱਕ ਵਾਰੀ ਕੀ ਹੁੰਦਾ ਹੈ, ਉਹ ਇੱਕ ਪਿੰਡ 'ਚ ਜਾਂਦੇ ਨੇ। ਤੇ ਜਦੋਂ ਪਿੰਡ 'ਚ ਜਾਂਦੇ ਨੇ, ਰਾਤ ਪੈ ਜਾਂਦੀ ਹੈ, ਭੁੱਖ ਵੀ ਲੱਗੀ ਹੁੰਦੀ ਹੈ, ਹਨੇਰਾ ਵੀ ਹੋ ਗਿਆ ਹੁੰਦਾ ਹੈ। ਤੇ ਉਹ ਦੇਖਦੇ ਨੇ, ਕਹਿੰਦੇ ਹੈ ਕਿ ਕੋਈ ਮੈਨੂੰ ਜਗ੍ਹਾ ਮਿਲ ਜਾਏ ਜਿੱਥੇ ਮੈਂ ਰਾਤ ਵੀ ਕੱਢ ਦੇਵਾਂ ਔਰ ਮੈਨੂੰ ਭੋਜਨ ਵੀ ਮੈਨੂੰ ਮਿਲ ਜਾਏ। ਉਹ ਦੇਖਦੇ ਨੇ, ਇੱਕ ਘਰ ਉਹਨਾਂ ਨੂੰ ਦਿਖਾਈ ਦਿੰਦਾ ਹੈ ਤੇ ਜਾ ਕੇ ਉਹ ਦਰਵਾਜ਼ਾ ਖਟਕਾਉਂਦੇ ਨੇ। ਜਦੋਂ ਦਰਵਾਜ਼ਾ ਖੁੱਲ੍ਹਦਾ ਹੈ ਤਾਂ ਦੇਖਦੇ ਨੇ ਇੱਕ ਨੌਜਵਾਨ ਔਰਤ ਦਰਵਾਜ਼ਾ ਖੋਲ੍ਹਦੀ ਹੈ। ਉਹਨੂੰ ਕਹਿੰਦੇ ਨੇ, ਬੇਟੀ ਮੈਂ ਰਾਤੀ ਵਿਸ਼ਰਾਮ ਕਰਨਾ ਹੈ ਔਰ ਮੈਨੂੰ ਭੁੱਖ ਵੀ ਲੱਗੀ ਹੋਈ ਹੈ, ਤੁਸੀਂ ਮੈਨੂੰ ਲੰਗਰ ਛਕਾਓਗੇ ਕਿਆ? ਉਹ ਕਹਿੰਦੀ ਹੈ ਆਓ। ਉਹ ਸਤਿਕਾਰ ਦੇ ਨਾਲ ਅੰਦਰ ਲੈ ਜਾਂਦੀ ਹੈ। ਕਹਿੰਦੀ ਹੈ, ਉਹਨਾਂ ਦਾ ਆਸਨ ਵਿਛਾਉਂਦੀ ਹੈ ਔਰ ਉਹਨਾਂ ਨੂੰ ਬਿਠਾਉਂਦੀ ਹੈ। ਉਹਨਾਂ ਦਾ ਪਤੀ ਵੀ ਨਾਲ ਆ ਜਾਂਦਾ ਹੈ ਤੇ ਉਹ ਗੱਲਾਂ ਕਰਨ ਲੱਗ ਪੈਂਦੇ ਨੇ। ਤੇ ਸਦਨਾ ਜੀ ਦੱਸਦੇ ਨੇ ਕਿ ਕਿਸ ਤਰ੍ਹਾਂ ਉਹ ਇੱਥੇ ਤੱਕ ਪਹੁੰਚੇ, ਉਹਦੇ ਨਾਲ 'ਚ ਕੀ ਪਰਿਵਰਤਨ ਆਇਆ। ਤੇ ਉਹਨਾਂ ਨੂੰ ਲੰਗਰ ਪਾਣੀ ਛਕਾਉਣ ਤੋਂ ਬਾਅਦ ਚੋਂ ਉਹ ਜਿਹੜੀ ਇਸਤਰੀ ਹੁੰਦੀ ਹੈ, ਉਹਦਾ ਪਤੀ ਚਲਾ ਜਾਂਦਾ ਹੈ ਔਰ ਉਹ ਉਹਨਾਂ ਦੇ ਕੋਲ ਬੈਠੀ ਰਹਿੰਦੀ ਹੈ। ਜਦੋਂ ਕਾਫੀ ਟਾਈਮ ਹੋ ਜਾਂਦਾ ਹੈ ਤੇ ਉਹਨਾਂ ਨੂੰ ਸਦਨਾ ਜੀ ਨੂੰ ਪੱਖੀ ਚੱਲਣ ਲੱਗ ਪੈਂਦੀ ਹੈ। ਤੇ ਸਦਨਾ ਜੀ ਕਹਿੰਦੇ ਨੇ ਕਿ ਤੁਸੀਂ ਇਹ ਸੇਵਾ ਆਪਣੇ ਪਤੀ ਜੀ ਦੀ ਜਾ ਕੇ ਕਰੋ। ਤੇ ਤਾਂ ਉਹ ਇਸਤਰੀ ਕਹਿੰਦੀ ਹੈ ਮੇਰਾ ਦਿਲ ਤੁਹਾਡੇ ਤੇ ਆ ਗਿਆ ਹੈ। ਤੇ ਸਦਨਾ ਜੀ ਕਹਿੰਦੇ ਹੈ ਪਤੀ ਦੇ ਹੁੰਦਿਆਂ ਇੱਕ ਇਸਤਰੀ ਨੂੰ ਇਹੋ ਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਤੇ ਉਹ ਇਸਤਰੀ ਉੱਠ ਕੇ ਚਲੀ ਜਾਂਦੀ ਹੈ। ਸਦਨਾ ਜੀ ਸੋਚਦੇ ਨੇ ਕਿ ਸ਼ਾਇਦ ਇਹਨੂੰ ਇਹ ਗੱਲ ਸਮਝ ਆ ਗਈ। ਪਰ ਉਹ ਜਦੋਂ ਇਸਤਰੀ ਜਾਂਦੀ ਹੈ, ਜਾ ਕੇ ਆਪਣੇ ਪਤੀ ਦਾ ਸਿਰ ਕੱਟ ਦਿੰਦੀ ਹੈ ਔਰ
ਸਿਰ ਲੈ ਕੇ ਸਦਨਾ ਜੀ ਕੋ ਆ ਜਾਂਦੀ ਹੈ। ਕਹਿੰਦੀ ਹੈ ਜਿਸ ਦਾ ਤੁਹਾਨੂੰ ਭੈ ਸੀ ਕਿ ਮੇਰਾ ਪਤੀ ਹੈ, ਮੈਂ ਉਹ ਕੰਮ ਖਤਮ ਕਰ ਦਿੱਤਾ ਹੈ, ਦੇਖੋ ਮੈਂ ਉਹਦਾ ਸਿਰ ਕੱਟ ਕੇ ਲੈ ਆਂਦਾ। ਤੇ ਸਦਨਾ ਜੀ ਕਹਿੰਦੇ ਹੈ ਕਿ ਤੂੰ ਤੇ ਵਿਖ ਦੀ ਗੰਦਲ ਹੈ, ਮੀਨਸ ਤੂੰ ਤੇ ਜ਼ਹਿਰ ਹੈ, ਜੋ ਆਪਣੇ ਪਤੀ ਦੀ ਨਹੀਂ ਹੋਈ ਕਿਸੇ ਦੀ ਕੀ ਹੋਏਗੀ। ਔਰ ਸਦਨਾ ਜੀ ਹਾਲਾਂਕਿ ਸਾਡੀ ਬਾਣੀ ਦੇ ਵਿੱਚ ਔਰਤ ਨੂੰ ਬੜਾ ਵੱਡਾ ਦਰਜਾ ਦਿੱਤਾ ਹੈ, ਪਰ ਦਰਜਾ ਕਰਮਾਂ ਨਾਲ ਹੁੰਦਾ ਹੈ। ਅਗਰ ਕਰਮ ਅਸੀਂ ਚੰਗੇ ਕਰਾਂਗੇ ਤਾਂ ਹੀ ਸਾਨੂੰ ਇੱਜ਼ਤ ਮਿਲੇਗੀ, ਅਗਰ ਕਰਮ ਸਾਡੇ ਮਾੜੇ ਹੋਣਗੇ ਤੇ ਫਿਟਕਾਰ ਤੇ ਦਰਗਾਹ ਵਿੱਚ ਵੀ ਪੈਣੀ ਹੈ ਸਾਨੂੰ। ਤੇ ਫਿਰ ਜਦੋਂ ਸਦਨਾ ਜੀ ਉੱਠ ਕੇ ਚੱਲਣ ਲੱਗਦੇ ਨੇ ਤੇ ਉਹ ਕਹਿੰਦੇ ਨੇ, ਉਹ ਸ਼ੋਰ ਮਚਾ ਦਿੰਦੀ ਹੈ ਇਸਤਰੀ, ਉੱਚੀ ਉੱਚੀ ਸ਼ੋਰ ਮਚਾ ਦਿੰਦੀ ਹੈ ਤਾਂ ਕਿ ਆਸ-ਪਾਸ ਦੇ ਲੋਕੀ ਆ ਜਾਂਦੇ ਨੇ। ਔਰ ਕਹਿੰਦੀ ਹੈ ਦੇਖੋ ਇਹ ਬਣਦਾ ਤੇ ਇਹ ਸਾਧੂ ਹੈ, ਪਰ ਇਹਨੇ ਮੇਰੇ ਪਤੀ ਨੂੰ ਮਾਰ ਦਿੱਤਾ ਔਰ ਇਹਨੇ ਮੇਰੇ ਤੇ ਬੁਰੀ ਨਜ਼ਰ ਪਾਈ ਹੈ। ਤੇ ਉਹਨਾਂ ਦੀ ਕੋਈ ਸੁਣਦਾ ਨਹੀਂ, ਥੋੜਾ ਉਹਨਾਂ ਨੂੰ ਮਾਰ ਵੀ ਪੈਂਦੀ ਹੈ, ਉਹਨਾਂ ਨੂੰ ਦਰਬਾਰ 'ਚ ਲੈ ਜਾਂਦੇ ਨੇ। ਜਦੋਂ ਦਰਬਾਰ 'ਚ ਉਹਨਾਂ ਦੀ ਹਾਜ਼ਰੀ ਹੁੰਦੀ ਹੈ ਤੇ ਉੱਥੇ ਫਿਰ ਉਹ ਜੋ ਉਹਨੇ ਮਨ ਘੜੰਤ ਜੋ ਉਹਨੇ ਕਹਾਣੀ ਬਣਾਈ ਹੁੰਦੀ ਹੈ ਉੱਥੇ ਦੱਸਦੇ ਨੇ। ਤੇ ਬਾਦਸ਼ਾਹ ਉਹਨਾਂ ਵਾਸਤੇ ਕਹਿੰਦਾ ਹੈ, ਮੁਕਰਰ ਕਰ ਦਿੰਦਾ ਹੈ ਕਿ ਇਸ ਦਿਨ ਮੁਕਰਰ ਕਰ ਦਿੰਦਾ ਹੈ ਕਿ ਅਗਰ ਤੇ ਅਸੀਂ ਸਦਨਾ ਨੂੰ ਮਾਰ ਦਿੱਤਾ ਤੇ ਇਹ ਤੇ ਬੜੀ ਛੋਟੀ ਸਜ਼ਾ ਹੋਏਗੀ, ਤੇ ਐਦਾਂ ਕਰਾਂਗੇ ਇਹਨਾਂ ਦੇ ਹੱਥ ਵੱਢ ਦਾਂਗੇ। ਸੰਗਤ ਜੀ ਇਹ ਸਾਰੀ ਹੈ ਕਿ ਸਦਨਾ ਜੀ ਜਿਸ ਤਰ੍ਹਾਂ ਉਹਨਾਂ ਨੂੰ ਕਤਲ ਇੱਕ ਵਾਰੀ 'ਚ ਕਰ ਦਿੰਦੇ ਸੀ ਬੱਕਰੇ ਦਾ, ਉਹ ਕੰਮ ਖਤਮ ਹੋ ਜਾਂਦਾ ਸੀ। ਤੇ ਐਦਾਂ ਹੀ ਰਾਜੇ ਨੇ ਕਿਹਾ ਕਿ ਅਗਰ ਸਦਨਾ ਜੀ ਨੂੰ ਅਸੀਂ ਇੱਕ ਵਾਰੀ 'ਚ ਮਾਰ ਦਾਂਗੇ ਤੇ ਕੰਮ ਖਤਮ ਹੋ ਜਾਏਗਾ। ਪਰ ਜਿਸ ਤਰ੍ਹਾਂ ਸਦਨਾ ਜੀ ਨੇ ਸੋਚਿਆ ਕਿ ਮੈਂ ਦੀ ਇੱਕ ਲੱਤ ਵੱਢ ਦੇਵਾਂ ਬੱਕਰੇ ਦੀ, ਤੇ ਇਹ ਸਾਰੀ ਰਾਤ ਫਿਰ ਬੱਕਰਾ ਤੇ ਤੜਫਦਾ ਸਾਰੀ ਰਾਤ। ਤੇ ਇਸ ਤਰ੍ਹਾਂ ਬਾਦਸ਼ਾਹ ਨੇ ਕਿਹਾ ਕਿ ਅਸੀਂ ਇਹਨਾਂ ਦੇ ਹੱਥ ਵੱਢ ਦਾਂਗੇ ਤਾਂ ਕਿ ਸਾਰੀ ਉਮਰ ਆਪਣੇ ਕੱਟੇ ਹੱਥ ਦੇਖ ਕੇ ਇਹਨੂੰ ਪਛਤਾਵਾ ਰਵੇ ਔਰ ਇਹ ਯਾਦ ਰੱਖੇ ਆਪਣਾ ਕੁਕਰਮ। ਦਿਨ ਮੁਕਰਰ ਹੋ ਜਾਂਦਾ ਹੈ ਤੇ ਉੱਥੇ ਫਿਰ ਸਦਨਾ ਜੀ ਇੱਕ ਕਥਾ ਯਾਦ ਕਰਦੇ ਨੇ। ਇਹ ਸਾਡੇ ਕਥਾ ਯਾਦ ਕਰਕੇ ਉਹਨਾਂ ਨੇ ਜਿਹੜਾ ਸ਼ਬਦ ਉਚਾਰਿਆ ਜੋ ਕਿ ਸਾਡੀ ਬਾਣੀ ਦੇ ਵਿੱਚ ਦਰਜ ਹੈ, ਉਹ ਹੈ ਨ੍ਰਿਪ ਕੰਨਿਆ ਕੇ ਕਾਰਨੇ ਇੱਕ ਪਿਆ ਭੇਖ ਤਾਰੀ। ਇਹ ਪੂਰਾ ਸ਼ਬਦ ਹੈ ਜਿਹਦਾ ਮਤਲਬ ਹੈ ਕਿ ਉਹਨਾਂ ਨੇ ਇੱਕ ਕਹਾਣੀ ਕਥਾ ਯਾਦ ਕਰਕੇ ਕਿ ਇੱਕ ਜਦੋਂ ਪੁਰਾਣੇ ਜ਼ਮਾਨੇ 'ਚ ਸਵੈੰਵਰ ਹੁੰਦਾ ਸੀ ਤੇ ਰਾਜਾ ਦੀ ਜੋ ਬੇਟੀਆਂ ਹੁੰਦੀਆਂ ਸੀ ਉਹ ਆਪਣੇ ਵਾਸਤੇ ਖੁਦ ਵਰ ਸੋਚਦੀਆਂ ਸੀ ਕਿ ਅਸੀਂ ਕਿਹਦੇ ਨਾਲ ਵਿਆਹ ਕਰਨਾ, ਔਰ ਸਵੈੰਵਰ ਹੁੰਦਾ ਸੀ ਉਹ ਕਈ ਵਾਰੀ ਸ਼ਰਤ ਵੀ ਰੱਖਦੀਆਂ ਸੀ। ਤੇ ਇੱਕ ਰਾਜਾ ਦੀ ਕੰਨਿਆ ਕਹਿੰਦੀ ਹੈ ਕਿ ਮੈਂ ਵਿਸ਼ਨੂੰ ਦੇ ਨਾਲ ਹੀ ਸ਼ਾਦੀ ਕਰਨੀ ਹੈ, ਵਿਸ਼ਨੂੰ ਭਗਵਾਨ ਦੇ ਨਾਲ। ਤੇ ਇੱਕ ਨੌਜਵਾਨ ਜੋ ਕਿ ਉਹਦੇ ਨਾਲ ਵਿਆਹ ਕਰਨਾ ਚਾਹੁੰਦਾ ਹੈ, ਨੌਜਵਾਨ ਵਿਸ਼ਨੂੰ ਜੀ ਨਹੀਂ ਹੁੰਦੇ, ਪਰ ਇੱਕ ਨੌਜਵਾਨ ਵਿਸ਼ਨੂੰ ਜੀ ਦਾ ਭੇਸ਼ ਧਾਰਨ ਕਰਕੇ ਉਹ ਧੋਖੇ ਦੇ ਨਾਲ ਉਸ ਕੰਨਿਆ ਦੇ ਨਾਲ ਵਿਆਹ ਕਰ ਲੈਂਦਾ। ਤੇ ਇੱਕ ਵਾਰੀ ਉਹਦੇ ਨਗਰ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਨਗਰ ਦੇ ਲੋਕ ਬਾਦਸ਼ਾਹ ਦੇ ਕੋਲ ਜਾਂਦੇ ਨੇ, ਕਹਿੰਦੇ ਨੇ ਰਾਜਾ ਦੇ ਕੋਲ ਕਿ ਆਪ ਜੀ ਦਾ ਦਮਾਦ ਤੇ ਵਿਸ਼ਨੂੰ ਹੈ ਤੇ ਤੁਸੀਂ ਵਿਸ਼ਨੂੰ ਜੀ ਨੂੰ ਕਹੋ ਕਿ ਬਾਰਿਸ਼ ਕਰਨ ਤਾਂ ਕਿ ਇਹ ਸਾਰੀ ਅੱਗ ਬੁਝ ਜਾਏ। ਪਰ ਉਹ ਤੇ ਝੂਠਾ ਵਿਸ਼ਨੂੰ ਸੀ। ਉਹ ਸੋਚਦਾ ਹੈ ਕਿ ਮੈਂ ਵਿਸ਼ਨੂੰ ਤੇ ਹੈ ਨਹੀਂ, ਮੇਰੀ ਪੋਲ ਖੁੱਲ ਜਾਏਗੀ, ਭੇਦ ਮੇਰਾ ਖੁੱਲ ਜਾਏਗਾ, ਮੈਨੂੰ ਰਾਜਾ ਫਾਂਸੀ ਚੜਾ ਦੇਗਾ, ਇਸ ਤੋਂ ਪਹਿਲਾਂ ਮੈਂ ਖੁਦ ਹੀ ਮਰ ਜਾ। ਉਹ ਜਦੋਂ ਰਾਤ ਪੈਂਦੀ ਹੈ, ਜਦੋਂ ਫਾਂਸੀ ਲਗਾਉਣ ਲੱਗਦਾ ਹੈ ਤੇ ਵਿਸ਼ਨੂੰ ਜੀ ਪ੍ਰਕਟ ਹੁੰਦੇ ਨੇ। ਕਹਿੰਦੇ ਹੈ ਉਹਨੂੰ, ਨੌਜਵਾਨ ਨੂੰ ਕਹਿੰਦੇ ਦੇਖ ਤੂੰ ਤੇ ਮੂਰਖ ਹੈ, ਪਰ ਤੂੰ ਤੇ ਮਰ ਜਾਏਗਾ, ਪਰ ਲੋਕਾਂ ਦੀ ਵਿਸ਼ਨੂੰ ਤੋਂ ਵਿਸ਼ਵਾਸ ਉੱਠ ਜਾਏਗਾ, ਇਸ ਲਈ ਮੈਨੂੰ ਆਪਣੇ ਨਾਮ ਦੀ ਲੱਜਾ ਖੁਦ ਰੱਖਣੀ ਹੈ। ਤੇ ਇਹ ਵਾਲੀ ਕਥਾ ਸੁਣ ਕੇ, ਇਹ ਵਾਲੀ ਕਥਾ ਯਾਦ ਕਰਕੇ ਸਦਨਾ ਜੀ ਨੇ ਇਹ ਵਾਲਾ ਸ਼ਬਦ ਉਚਾਰਿਆ ਕਿ ਨ੍ਰਿਪ ਕੰਨਿਆ ਕੇ ਕਾਰਨੇ। ਜਿਸ ਤਰ੍ਹਾਂ ਉਹ ਕੰਨਿਆ ਦੇ ਉੱਤੇ ਦਿਲ ਆਣ ਕਰਕੇ ਉਹ ਨੌਜਵਾਨ ਨੇ ਉਹਨੂੰ ਧੋਖਾ ਦਿੱਤਾ, ਪਰ ਤੁਸੀਂ ਉਹਦੀ ਤਾਂ ਵੀ ਲਾਜ ਰੱਖੀ ਕਿਉਂਕਿ ਉਹਨੇ ਗਲਤ ਕੰਮ ਕੀਤਾ, ਪਰ ਵਿਸ਼ਨੂੰ ਜੀ ਤੁਸੀਂ ਤੇ ਤਾਂ ਵੀ ਉਹਦੀ ਲਾਜ ਰੱਖੀ। ਇਸ ਕਰਕੇ ਉਹ ਹੋਰ ਵੀ ਅੱਗੇ ਕਹਿੰਦੇ ਨੇ ਕਿ ਭਗਤੀ ਕਰਨ ਦਾ ਕੀ ਫਾਇਦਾ
ਅਗਰ ਸਾਨੂੰ ਆਪਣੇ ਫਲ, ਆਪਣੇ ਕਰਮ ਦਾ ਲੇਖਾ ਜੋਖਾ ਭੋਗਣਾ ਪਏਗਾ। ਇਹੋ ਜੋ ਮੈਂ ਕਰਮ ਕੀਤੇ ਨੇ, ਤੇ ਇਸ ਲਈ ਭਗਵਾਨ ਜੀ ਤੁਸੀਂ ਮੇਰੀ ਰੱਖਿਆ ਕਰੋ, ਤੁਸੀਂ ਮੇਰੀ ਲਾਜ ਰੱਖੋ, ਕਿਉਂਕਿ ਜੋ ਮੈਂ ਕੁਕਰਮ ਕੀਤੇ ਨੇ, ਜੋ ਮੈਂ ਮਾੜੇ ਕਰਮ ਕੀਤੇ ਨੇ, ਉਹਦੀ ਲੱਜਾ ਤੇ ਤੁਸੀਂ ਰੱਖਣੀ ਆ। ਤੇ ਉਹਨਾਂ ਨੇ ਇਹ ਵਾਲਾ ਸ਼ਬਦ ਉਦੋਂ ਉਚਾਰਿਆ ਸੀ ਕਿ ਜਦੋਂ ਉਹਨਾਂ ਨੂੰ ਉਹਨਾਂ ਦੇ ਅੱਗੇ, ਪਰਮਾਤਮਾ ਦੇ ਅੱਗੇ ਬੇਨਤੀ ਕੀਤੀ ਸੀ। ਤੇ ਜਦੋਂ ਬੇਨਤੀ ਕੀਤੀ, ਪਰ ਉਹਨਾਂ ਨੇ ਦਿਲ ਤੋਂ ਬੇਨਤੀ ਕੀਤੀ। ਇਹ ਤੇ ਅਸੀਂ ਆਪਣੇ ਇਤਿਹਾਸ 'ਚ ਵੀ ਕਈ ਵਾਰੀ ਹੋਰ ਵੀ ਅਸੀਂ ਸਾਖੀਆਂ ਪੜ੍ਹਦੇ ਹਾਂ ਕਿ ਜਦੋਂ ਭਗਤਾਂ ਨੇ ਆਪਣੇ ਦਿਲ ਤੋਂ, ਆਪਣੇ ਚਿੱਤ ਤੋਂ ਵਾਹਿਗੁਰੂ ਦੇ ਅੱਗੇ ਬੇਨਤੀ ਕੀਤੀ ਹੈ, ਤੇ ਵਾਹਿਗੁਰੂ ਨੇ ਉਹਨਾਂ ਦੀ ਰੱਖਿਆ ਵੀ ਕੀਤੀ ਹੈ। ਤੇ ਜਦੋਂ ਉਹ ਬੇਨਤੀ ਕਰ ਰਹੇ ਸੀ, ਜਦੋਂ ਪਰਮਾਤਮਾ ਦੇ ਅੱਗੇ ਬੇਨਤੀ ਕਰ ਰਹੇ ਸੀ ਕਿ ਮੇਰੀ ਤੁਸੀਂ ਰੱਖਿਆ ਕਰੋ, ਤੇ ਉਧਰ ਕੀ ਹੁੰਦਾ ਹੈ, ਰਾਜਾ ਨੂੰ ਰਾਤੀ ਸੁਪਨਾ ਆਂਦਾ ਹੈ ਕਿ ਇਹ ਭਗਤ ਨੇ ਔਰ ਇਹਨਾਂ ਦੇ ਉੱਤੇ ਗਲਤ ਇਲਜ਼ਾਮ ਆਇਆ ਹੈ। ਉਹ ਔਰਤ ਨੇ, ਇਸਤਰੀ ਨੇ ਉਹਦੇ ਤੇ ਗਲਤ ਇਲਜ਼ਾਮ ਲਗਾਇਆ। ਔਰ ਪਰਮਾਤਮਾ ਦੀ ਕਲਾ ਐਸੀ ਵਰਤਦੀ ਹੈ ਕਿ ਉਹ ਜਿਹੜੀ ਇਸਤਰੀ ਹੁੰਦੀ ਹੈ, ਉਹ ਆਪਣੀ ਪੜੋਸਣ ਦੇ ਨਾਲ ਗੱਲ ਕਰ ਬੈਠਦੀ ਹੈ ਕਿ ਮੇਰਾ ਕਹਿਣਾ ਨਾ ਮੰਨ ਕੇ ਦੇਖਿਆ ਭਗਤ ਨੂੰ ਮੈਂ ਕਿਸ ਤਰ੍ਹਾਂ ਫਸਾਇਆ। ਤੇ ਇਹ ਗੱਲ ਸਾਰੀ ਜਗ੍ਹਾ ਫੈਲ ਜਾਂਦੀ ਹੈ। ਜਿਸ ਤਰ੍ਹਾਂ ਫੈਲ ਜਾਂਦੀ ਹੈ ਤੇ ਫਿਰ ਰਾਜਾ ਨੂੰ ਵੀ ਪਤਾ ਚੱਲਦੀ ਹੈ। ਰਾਜਾ ਨੂੰ ਤੇ ਪਹਿਲਾਂ ਐਦਾ ਸੁਪਨਾ ਆਇਆ ਹੀ ਸੀ ਕਿ ਉਹ ਭਗਤ ਸੱਚੀ 'ਚ ਭਗਤ ਨੇ, ਤੇ ਰਾਜਾ ਫਿਰ ਉਹਨਾਂ ਨੂੰ ਛੋੜਦੇ ਨੇ। ਔਰ ਜੋ ਬਦਲੇ 'ਚ ਜੋ ਇਸਤਰੀ ਹੁੰਦੀ ਹੈ, ਕਿਉਂਕਿ ਉਹਨੇ ਵੀ ਝੂਠ ਬੋਲਿਆ, ਪਰ ਉਹਨੂੰ ਵੀ ਸਜ਼ਾ ਮਿਲੀ, ਤੇ ਉਹਨੂੰ ਫਿਰ ਉਹਨੂੰ ਸਜ਼ਾ ਭੁਗਤਣੀ ਪਈ। ਤੇ ਇਹ ਜੋ ਭਗਤ ਹੁੰਦੇ ਨੇ, ਭਗਤ ਅਗਰ ਚਿੱਤ ਤੋਂ ਨਾਮ ਅਗਰ ਜਪਦੇ ਨੇ, ਅਗਰ ਨਾਮ ਆਪਣੇ ਅੰਦਰ ਵਸਾਉਂਦੇ ਨੇ, ਤੇ ਉਹਨਾਂ ਦੀ ਵੀ ਰੱਖਿਆ ਪ੍ਰਭੂ ਕਰਦੇ ਨੇ। ਔਰ ਉਹਨਾਂ ਨੂੰ ਇੰਨਾ ਵੱਡਾ ਦਰਜਾ ਮਿਲਦਾ ਹੈ ਕਿ ਉਹ ਪੂਜਨੀਏ ਹੋ ਜਾਂਦੇ ਨੇ। ਤੇ ਇਹ ਵਾਲਾ ਸ਼ਬਦ ਜੋ ਹੈ, ਲੱਖ ਦਰਿਆਓ ਕਵਾਓ। ਕਵਾਓ ਇੱਕ ਪੁਰਾਣਾ ਵਰਡ ਹੈ। ਜਿਸ ਤਰ੍ਹਾਂ ਅਸੀਂ ਕਹਿੰਦੇ ਆ, ਪੁਰਾਣੇ ਲੋਕੀ ਕਹਿੰਦੇ ਸੀ ਕਿ ਮੈਂ ਉਹਦੇ ਕੋਲ ਗਈ, ਉਹਨੇ ਮੈਨੂੰ ਕਵਾਇਆ ਨਹੀਂ, ਮੀਨਸ ਉਹ ਮੇਰੇ ਨਾਲ ਬੋਲਿਆ ਨਹੀਂ। ਤੇ ਲੱਖ ਦਰਿਆਓ ਕਵਾਓ, ਕਿ ਜਿਹੜੇ ਕਿੰਨੇ ਵੀ ਦਰਿਆ ਨੇ, ਕਿੰਨੇ ਵੀ ਕੁਝ ਨੇ, ਇਹ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ। ਉਹਦੇ 'ਚ ਕਿੰਨੀਆਂ ਤਰੰਗਾਂ ਉੱਠਦੀਆਂ, ਮੀਨਸ ਐਨੇ ਭਗਤ ਹੋਏ ਨੇ, ਐਨੇ ਸ਼ਕਤੀ ਵਾਲੇ ਭਗਤ ਹੋਏ ਨੇ। ਇੱਕਸ ਲਹਿਰ ਤਰੰਗ ਵਿੱਚ ਲੱਖ ਲੱਖ ਦਰਿਆਓ ਵਹੰਦੇ। ਕਹਿੰਦੇ ਨੇ ਜਿਹੜੇ ਕਿ ਉਹ ਇੱਕ ਤਰੰਗ ਵਿੱਚ, ਜਿਹੜੀ ਇੱਕ ਲਹਿਰ ਦੇ ਵਿੱਚੋਂ ਅੱਗੇ ਕਿੰਨੀਆਂ ਨਦੀਆਂ ਆਉਂਦੀਆਂ ਨੇ। ਮੀਨਸ ਜੋ ਸਤਸੰਗਤ ਦੇ ਵਿੱਚੋਂ ਕਿੰਨੇ ਜਾਂਦੇ ਨੇ, ਜਿਨ੍ਹਾਂ ਜੋ ਬਾਣੀ ਸੁਣਦੇ ਨੇ, ਉਹ ਵੀ ਆਪਣਾ ਪਾਰ ਉਤਾਰਾ ਕਰਦੇ ਨੇ। ਬਾਣੀ ਸੁਣਨ ਨਾਲ ਵੀ ਸਾਡੇ ਕਰਮ ਬਦਲੀ ਹੁੰਦੇ ਨੇ। ਔਰ ਜੋ ਮਨ 'ਚ ਵਸਾਉਂਦੇ ਨੇ, ਉਹਨਾਂ ਦੇ ਵੀ ਕਰਮ ਲੇਖੇ ਲੱਗਦੇ ਨੇ। ਇਹ ਜਿੰਨਾ ਅਸੀਂ ਨਾਮ ਸਿਮਰਾਂਗੇ, ਸਾਨੂੰ ਉਹਨਾਂ ਦੇ ਹਿਸਾਬ ਦੇ ਨਾਲ ਸਾਨੂੰ ਇਹ ਫਲ ਮਿਲਣਗੇ। ਇੱਕਸ ਦਰਿਆਓ ਵਿੱਚ ਲੱਖ ਅਵਤਾਰ ਆਕਾਰ ਫਿਰੰਦੇ। ਔਰ ਫਿਰ ਇਹਦੇ 'ਚ ਵੀ ਹੈ, ਜਿਸ ਤਰ੍ਹਾਂ ਅਸੀਂ ਆਸਾ ਜੀ ਦੀ ਵਾਰ 'ਚ ਵੀ ਪੜ੍ਹਦੇ ਹਾਂ, ਹਰ ਜੁਗ ਭਗਤ ਉਪਾਇਆ। ਹਰ ਯੁਗਾਂ ਦੇ ਵਿੱਚ ਭਗਤ ਜਨਮ ਲੈਂਦੇ ਨੇ। ਤੇ ਇਸ ਲਈ ਕਿੰਨੇ ਦਰਿਆਓ ਹੈ, ਕਿੰਨੇ ਯੁੱਗ ਆਉਂਦੇ ਨੇ, ਉਹ ਸਾਰੇ ਯੁਗਾਂ ਦੇ ਵਿੱਚ ਅਵਤਾਰ ਜਨਮ ਲੈਂਦੇ ਨੇ, ਆਕਾਰ ਲੈਂਦੇ ਨੇ। ਮੱਛ ਕੱਛ ਮਰਜੀਵੜੇ ਅਗਮ ਅਥਾ ਨਾ ਥਾ ਲਹਿੰਦੇ। ਇਹਦਾ ਮੱਛਲੀ ਦਾ ਔਰ ਕਛੂਏ ਦਾ ਇਹਦੇ 'ਚ ਐਗਜ਼ਾਮਪਲ ਦਿੱਤਾ ਹੈ ਕਿ ਕਿੰਨੇ ਵੀ ਵੱਡੇ ਭਗਤ ਹੋਏ। ਜਿਸ ਤਰ੍ਹਾਂ ਮੱਛਲੀ ਔਰ ਕਛੂਆ, ਦਰਿਆਓ ਦੀ ਗਹਿਰਾਈ, ਉਹਦੀ ਵਿਸਤਾਰਤਾ, ਉਹਦਾ ਕਿੰਨਾ ਵੱਡਾ ਹੈ, ਉਹਦੀਆਂ ਕੀ ਸ਼ਕਤੀਆਂ ਨੇ, ਇਹ ਉਹਦੇ 'ਚ ਰਹਿਣ ਵਾਲੇ ਜੀਵ ਨਹੀਂ ਜਾਣਦੇ। ਉਸੇ ਤਰ੍ਹਾਂ ਕਿੰਨੇ ਵੱਡੇ ਭਗਤ ਹੋਏ ਨੇ, ਉਹ ਵੀ ਭਗਤੀ ਕਰਕੇ ਉਹ ਜ਼ਰੂਰ ਪਰਮਾਤਮਾ 'ਚ ਮਿਲ ਗਏ ਨੇ, ਪਰ ਉਹ ਵੀ ਪਰਮਾਤਮਾ ਦੀ ਸ਼ਕਤੀ ਨੂੰ ਪੂਰਾ ਲਿਖ ਨਹੀਂ ਪਾਏ, ਉਹ ਪੂਰਾ ਕਲਮਬੰਦ ਨਹੀਂ ਕਰ ਪਾਏ ਕਿ ਪਰਮਾਤਮਾ ਕਿੰਨੇ ਵੱਡੇ ਨੇ, ਪਰਮਾਤਮਾ ਦੀ ਕਿੰਨੀ ਸ਼ਕਤੀ ਹੈ, ਪਰਮਾਤਮਾ ਕਿੰਨੇ ਵੱਡੇ ਨੇ। ਪਰਵਤਗਾਰ ਅਪਾਰ ਹੈ, ਪਾਰਾਵਾਰ ਨਾ ਲਹਿਰ ਤਰਨ ਦੇ। ਕਹਿੰਦੇ ਉਹ ਜਿਹੜਾ ਪਰਵਤਗਾਰ ਹੈ, ਉਹ ਤੇ ਇੰਨਾ ਅਪਾਰ ਹੈ, ਇੰਨਾ ਵੱਡਿਆ ਹੈ ਕਿ ਉਹਦੀ ਸੀਮਾ ਹੀ ਨਹੀਂ ਹੈ। ਤੇ ਬਾਣੀ ਵਿੱਚ ਵੀ ਲਿਖਿਆ ਹੈ ਕਿ ਅਸੀਂ ਜਿੰਨੀ ਮਰਜ਼ੀ ਵਡਿਆਈ ਕਰੀਏ, ਉਹ ਤਿਲ ਦੇ ਬਰਾਬਰ ਹੈ। ਜਿੰਨੀ ਮਰਜ਼ੀ ਅਸੀਂ ਉਹਦੇ ਬਾਰੇ, ਉਹਦਾ ਪਰਮਾਤਮਾ ਦੀ ਅਸੀਂ ਚੰਗਿਆਈਆਂ ਵਡਿਆਈਆਂ ਲਿਖੀਏ, ਉਹ ਪਰਮਾਤਮਾ ਦੇ ਉਹਨੂੰ ਤਿਲ ਬਰਾਬਰ ਉਹਨੂੰ ਡਿਸਕ੍ਰਾਈਬ ਕਰਨ ਦੇ ਬਰਾਬਰ ਹੈ। ਤੇ ਫਿਰ ਉਹ ਕਹਿੰਦੇ ਨੇ ਅਜਾਵਰ ਸਤਿਗੁਰ ਪੁਰਖ
ਗੁਰਮਤਿ ਗੁਰਸਿੱਖ ਅਜਰ ਜਰਨ ਦੇ, ਜਿਹੜਾ ਅਜਾਵਰ ਵਰਡ ਹੈ, ਔਰ ਅਜਰ ਔਰ ਅਵਰ ਦੋ ਸ਼ਬਦਾਂ ਦੇ ਨਾਲ ਮਿਲਿਆ ਹੈ, ਬਣਿਆ ਹੈ। ਤੇ ਕਹਿੰਦੇ ਨੇ ਜਿਹੜੇ ਪਰਮਾਤਮਾ ਨੂੰ ਆਪਣੇ ਮਨ 'ਚ ਵਸਾ ਲੈਂਦੇ ਨੇ ਉਹ ਤੇ ਫਿਰ ਅਜਰ, ਉਹ ਕੁਝ ਜਰ ਲੈਂਦੇ ਨੇ ਕਿ ਜੋ ਜਰਿਆ ਨਹੀਂ ਜਾ ਸਕਦਾ, ਔਰ ਉਹ ਜਰ ਕੇ ਵੀ ਉਹ ਇੰਨੇ ਸ਼੍ਰੇਸ਼ਟ ਹੋ ਜਾਂਦੇ ਨੇ, ਇੰਨੇ ਅਮਰ ਹੋ ਜਾਂਦੇ ਨੇ ਕਿ ਉਹ ਗੁਰਸਿੱਖ ਬਣ ਜਾਂਦੇ ਨੇ। ਕਿਸ ਤਰ੍ਹਾਂ ਗੁਰਸਿੱਖ ਬਣ ਜਾਂਦੇ ਨੇ? ਜਿਸ ਤਰ੍ਹਾਂ ਅਸੀਂ ਬਾਣੀ 'ਚ ਵੀ ਪੜ੍ਹਦੇ ਹਾਂ, ਕਿੰਨੇ ਕਿੰਨੇ ਗੁਰਸਿੱਖ ਹੋਏ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ। ਉਹਨਾਂ ਨੇ ਉਹ ਸਾਰਾ ਜਰਿਆ ਜੋ ਜਰਨ ਕੋਈ ਜਰ ਨਹੀਂ ਸਕਦਾ ਸੀ। ਇसी ਕਰਕੇ ਜੋ ਨਾਮ ਬਾਣੀ ਦੀ ਜੋ ਤਾਕਤ ਹੈ ਉਹ ਇੰਨੇ ਵੱਡੇ ਵੱਡੇ ਕੰਮ ਕਰਾ ਲੈਂਦੀ ਹੈ। ਅਗਰ ਬਾਣੀ ਅਸੀਂ ਚਿੱਤ ਨਾਲ ਪੜ੍ਹੀਏ, ਆਪਣੇ ਚਿੱਤ 'ਚ ਵਸਾਈਏ, ਤੇ ਬਾਣੀ 'ਚ ਇੰਨੀ ਸ਼ਕਤੀ ਹੈ ਕਿ ਸਾਨੂੰ ਇੰਨੀ ਸ਼ਕਤੀ ਦਿੰਦੀ ਹੈ ਕਿ ਅਸੀਂ ਵੱਡੀ ਤੇ ਵੱਡੀ ਮੁਸੀਬਤ ਦਾ ਵੀ ਅਸੀਂ ਸਾਹਮਣਾ ਕਰ ਸਕਦੇ ਹਾਂ। ਤੇ ਇੰਨੀ ਜੀ ਸੇਵਾ ਪ੍ਰਵਾਨ ਕਰਨਾ ਸੰਗਤ ਜੀ। ਆਓ ਅਸੀਂ ਹੁਣ ਇਹ ਸ਼ਬਦ ਪੜ੍ਹਦੇ ਹਾਂ। ਕਰਨ ਬੰਦਗੀ
ਅਥਾਹ ਨਥਾਹ ਲਹੰਦੇ ਮੱਛ ਕੱਛ ਮਰੇ ਜੀਵੜੇ ਅਗਮ ਅਥਾਹ ਨਥਾਹ ਲਹੰਦੇ ਅਗਮ ਅਥਾਹ ਨਥਾਹ ਲਹੰਦੇ ਵਿਰਲੇ ਬੰਦੇ ਵਿਰਲੇ ਬੰਦੇ ਵਿਰਲੇ ਬੰਦੇ ਵਿਰਲੇ ਬੰਦੇ ਕਰਨ ਬੰਦਗੀ ਕਰਨ ਬੰਦਗੀ ਕਰਨ ਬੰਦਗੀ ਕਰਨ ਬੰਦਗੀ ਵਿਰਲੇ ਬੰਦੇ ਵਿਰਲੇ ਬੰਦੇ ਪਰਵਤਕਾਰੀ ਅਪਾਰ ਹੈ ਪਾਰਾਵਾਰ ਨ ਲਹਿਰ ਤਰੰਦੇ ਪਰਵਤਕਾਰੀ ਅਪਾਰ ਹੈ ਪਾਰਾਵਾਰ ਨ ਲਹਿਰ ਤਰੰਦੇ ਪਾਰਾਵਾਰ ਨ ਲਹਿਰ ਤਰੰਦੇ ਵਿਰਲੇ ਬੰਦੇ ਵਿਰਲੇ ਬੰਦੇ ਵਿਰਲੇ ਬੰਦੇ ਵਿਰਲੇ ਬੰਦੇ ਕਰਨ ਬੰਦਗੀ ਕਰਨ ਬੰਦਗੀ ਕਰਨ ਬੰਦਗੀ ਕਰਨ ਬੰਦਗੀ ਵਿਰਲੇ ਬੰਦੇ ਵਿਰਲੇ ਬੰਦੇ ਵਿਰਲੇ ਬੰਦੇ ਵਿਰਲੇ ਬੰਦੇ ਅਜਰਾਵਰ ਸਤਿਗੁਰ ਪੁਰਖ ਗੁਰਮਤਿ ਗੁਰ ਸਿੱਖ ਅਜਰ ਜਰੰਦੇ ਅਜਰਾਵਰ ਸਤਿਗੁਰ ਪੁਰਖ ਗੁਰਮਤਿ ਗੁਰ ਸਿੱਖ ਅਜਰ ਜਰੰਦੇ ਗੁਰਮਤਿ ਗੁਰ ਸਿੱਖ ਅਜਰ ਜਰੰਦੇ ਵਿਰਲੇ ਬੰਦੇ ਵਿਰਲੇ ਬੰਦੇ ਵਿਰਲੇ ਬੰਦੇ ਵਿਰਲੇ ਬੰਦੇ ਕਰਨ ਬੰਦਗੀ ਕਰਨ ਬੰਦਗੀ ਕਰਨ ਬੰਦਗੀ